गगन में थाल रब चंद, दीपक बने तारिका मंडल जनक मोती। धूप मल आलणो पवन चबरो, करे सगल बन राए फूलंत ज्योति। कैसी आरती होए भव खंडना, तेरी आरती अनहता शब्दो भजंत। भेरी अनहता शब्द भजंत भेरी। शब्द गुरु साहिब श्री गुरु ग्रंथ साहिब महाराज जी की पावन पवित्र हजूरी दे विच सुशोभत गुरु प्यारिओ, गुरु सवारिओ, आप सारे वडभागे हो। सहबा दे मुबारक चरणां दा ओट आसरा तकदे हो। आओ गुरबाणी दी विचार, गुर इतिहास दी विचार आरंभ करिए। सारिਆਂ ने गुरफतेह दी सांझ पाउणी, प्यार विच भिज के बोलना जी। आखियो वाहिगुरू जी का खालसा, वाहिगुरू जी की फतेह। जो आपां लड़ीवार गुरु नानक पातशाह जी दे जीवन विचों इतिहासक विचार सुन रहे हाँ। सतगुरु गुरु नानक पातशाह जी आप जी ने कल सुनिया अयोध्या पहुंचते ने। पातशाह जी अयोध्या तो बाद जो इतिहासक स्रोत दसदे ने जगन्नाथपुरी भी पहुंचते ने। नानक मत्ते अयोध्या, बनारस, जगन्नाथपुरी आदक हिंदू तीर्थां दियां प्रचारक फेरियां। सतगुरु पातशाह ने जगन्नाथपुरी दे अंदर की कुछ हो रहा उहदे बारे सानू की समझाया। बनारस पहुंचते ने, बनारस विच की कुछ हो रहा सी, किनू किनू मिले ते सानू की संदेश दिता। पटने पहुंचते ने, पटने की कुछ पातशाह ने कौतक वरताए, उन्हां बारे सानू की दस्सिया। आसाम पहुंचते ने, जानी के पहली प्रचारक फेरी दा 6,500 मील दा गुरु नानक पातशाह जी दा सफर हैगा। 6,500 मील दा पहली प्रचारक। कित्थों कित्थों दे नाम लवांगे, कोई जगह ऐसी नहीं जिथे पातशाह ने अपने पैर ना धरे होण। आओ आपां इतिहास वल वधीए। गुरु पातशाह जी बनारस दे विच गए ते बनारस दे विच भी बहुत पुजारीवाद दा हमला गा, बहुत वड्डा हमला, छोटा नहीं है। अक्सर ही आपां गल करदे हुन्ने आ भी जिहड़ा बंदा बीमार होवे ना, दवाई दी उस नूं लोड़ हुंदी आ।
ਤੰਦਰੁਸਤ ਨੂੰ ਦਵਾਈ ਦੀ ਬਹੁਤੀ ਲੋੜ ਨਹੀਂ ਹੈ, ਲੋੜ ਹੀ ਨਹੀਂ ਹੈ ਬਹੁਤੀ ਤਾਂ ਕੀ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਪਹਿਲਾਂ ਵੀ ਇੱਥੇ ਦੋ ਭਗਤ ਸਾਹਿਬਾਨ, ਭਗਤ ਰਵਿਦਾਸ ਜੀ ਤੇ ਭਗਤ ਕਬੀਰ ਸਾਹਿਬ ਜੀ ਰਹਿੰਦੇ ਨੇ। ਵਿਚਾਰਧਾਰਾ ਮਿਲਦੀ ਹੈ ਨਾ ਵਿਚਾਰਧਾਰਾ। ਪਿੱਛੇ ਆਪਾਂ ਨਾਨਕ ਮੱਤੇ ਦੀ ਵਿਚਾਰ ਸੁਣੀ ਸੀ, ਉੱਥੇ ਵੀ ਜੋਗੀਆਂ ਦੇ ਨਾਲ ਚਰਚਾ ਹੋਈ ਆ, ਤੇ ਗੁਰੂ ਪਾਤਸ਼ਾਹ ਜੀ ਦੀ ਸਿੱਧਾਂ ਦੇ ਨਾਲ ਵੀ ਚਰਚਾ ਹੁੰਦੀ ਆ। ਤੇ ਸਿੱਧਾਂ ਨੇ ਵੀ ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਸੀ ਵੀ ਤੇਰਾ ਮਿਸ਼ਨ ਕੀ ਆ, ਤੇ ਗੁਰੂ ਸਾਹਿਬ ਨੇ ਦੱਸਿਆ ਸੀ ਮੇਰਾ ਮਿਸ਼ਨ ਹੈ ਗੁਰਮੁਖ ਖੋਜਤ ਭਏ ਉਦਾਸੀ। ਮੈਂ ਖੋਜ ਕਰਨ ਚੱਲਿਆ ਹੋਇਆਂਗਾ, ਜਿੱਥੇ ਜਿੱਥੇ ਸੱਚ ਦੇ ਬਣਜਾਰੇ ਬੈਠੇ ਆ ਨਾ, ਵਪਾਰੀ ਬੈਠੇ ਆ, ਉਹਨਾਂ ਨੂੰ ਮਿਲਣ ਚੱਲਿਆ। ਤੇ ਜਿੱਥੇ ਜਿੱਥੇ ਭੁੱਲੇ ਭਟਕੇ ਲੋਕ ਨੇ ਉਹਨਾਂ ਨੂੰ ਸਿੱਧੇ ਰਾਹੇ ਪਾਉਣ ਚੱਲਿਆ। ਇਹ ਮੇਰਾ ਮਿਸ਼ਨ ਆ। ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਨੇ ਇੱਥੇ ਪਹੁੰਚ ਕੇ ਜਦੋਂ ਵੇਖਿਆਗਾ ਵੀ ਇੱਥੋਂ ਦਾ ਹਾਲ, ਤਾਂ ਹਾਲ ਇੱਥੋਂ ਦਾ ਬਹੁਤ ਮੰਦੜਾ। ਪਹਿਲਾਂ ਵੀ ਇੱਥੇ ਕਬੀਰ ਸਾਹਿਬ ਜੀ ਨੇ ਬੜੇ ਵੱਡੇ ਪੱਧਰ ਤੇ ਸੱਚ ਦਾ ਹੋਕਾ ਦਿੱਤਾ। ਜੋ ਇੱਥੋਂ ਦਾ ਕਰਮ ਆ ਉਹ ਆਪ ਜੀ ਨੂੰ ਪਤਾ ਵੀ ਕਿੱਦਾਂ ਦਾ ਹੋ ਰਿਹਾ ਹੈਗਾ। ਵੀ ਇੱਕ ਪੁਜਾਰੀਆਂ ਵੱਲੋਂ ਖੂਹ ਬਣਵਾਇਆ, ਉਸ ਦੇ ਉੱਤੇ ਆਰਾ ਲਾਇਆ, ਤੇ ਇੱਕ ਗੱਲ ਪ੍ਰਚਾਰੀ, ਜਿਹੜਾ ਬੰਦਾ ਆਰੇ ਨਾਲ ਆਪਣੇ ਸਰੀਰ ਨੂੰ ਦੋ ਫਾੜ ਕਰਵਾ ਕੇ ਖੂਹ 'ਚ ਡਿੱਗ ਕੇ ਮਰ ਜੂਗਾ ਤੇ ਉਹਨੂੰ ਤਾਂ ਮਿਲੂਗਾ ਸਵਰਗ, ਤੇ ਜਿਹੜਾ ਸਾਰਾ ਕੁਝ ਪਿੱਛੇ ਰਹਿ ਜੂਗਾ, ਚਾਹੇ ਉਹਦੀਆਂ ਨੂੰਹਾਂ ਨੇ, ਧੀਆਂ ਨੇ, ਜ਼ਮੀਨ ਆ, ਪੈਸਾ ਟੱਕਾ, ਉਹ ਲਵਾ ਜੋ ਸਾਡੇ ਨਾਂ, ਉਹ ਸਾਡੇ ਨਾਂ ਲਵਾ ਦਿਓ, ਬਸ ਸਿੱਧਾ ਤੁਸੀਂ ਸਵਰਗ ਨੂੰ ਜਾਓਗੇ। ਇਸ ਬਿਮਾਰੀ ਦੀ ਭੇਟ ਬਨਾਰਸ ਦੇ ਲੋਕ ਚੜ੍ਹੇ ਹੋਏ ਨੇ। ਤੇ ਗੱਲ ਧਿਆਨ 'ਚ ਰੱਖਿਓ, ਇਸ ਧਰਤੀ ਨੂੰ ਹਿੰਦੂ ਮਤ ਦੇ ਮੁਤਾਬਕ ਵਿਦਿਆ ਦਾ ਵੱਡਾ ਕੇਂਦਰ ਮੰਨਿਆ ਜਾਂਦਾ ਗਾ, ਵੱਡਾ ਕੇਂਦਰ। ਤੇ ਬਾਬੇ ਨਾਨਕ ਦੇ ਮੁਤਾਬਕ ਠੱਗਾਂ ਦਾ ਵੱਡਾ ਕੇਂਦਰ ਆ। ਇਹੀ ਲਿਖਿਆ ਨਾ, ਬਨਾਰਸ ਕੇ ਠੱਗ। ਜਿੰਨੀ ਕੁ ਪੜ੍ਹਾਈ ਜ਼ਿਆਦਾ ਉਨੀ ਕੁ ਠੱਗੀਆਂ ਵੀ ਵੱਡੀਆਂ ਨੇ, ਠੱਗੀਆਂ ਵੀ ਜ਼ਿਆਦਾ ਨੇ। ਤਾਂ ਇਸ ਤੇ ਪਹਿਲਾਂ ਭਾਵੇਂ ਭਗਤ ਕਬੀਰ ਸਾਹਿਬ ਜੀ ਟਿੱਪਣੀ ਕਰ ਚੁੱਕੇ ਨੇ, ਗਲੀ ਜਿਨ੍ਹਾਂ ਜਪਮਾਲੀਆਂ ਲੋਟੈ ਹੱਥ ਨਵਾਗੋ ਹਰ ਕੇ ਸੰਤ ਨਾਖੀਐ ਬਨਾਰਸ ਕੇ ਠੱਗ ਕਿਹਾ। ਪਰ ਲੋਕ ਇੰਨੇ ਕਮਲੇ ਨੇ, ਮਰਤਾ ਰਹੇ ਨੇ, ਪਰ ਬਾਬਾ ਕਬੀਰ ਸਾਹਿਬ ਜੀ ਦੇ ਬਚਨ ਸੁਣ ਕੇ ਉਹਨਾਂ ਨਾਲ ਸਹਿਮਤੀ ਨਹੀਂ ਪ੍ਰਗਟਾਉਂਦੇ ਵੀ ਤੇਰੀ ਗੱਲ ਸਹੀ ਆ। ਕਿਉਂਕਿ ਇਹ ਵੀ ਬੰਦੇ ਦੀ ਬਹੁਤ ਵੱਡੀ ਕਮਜ਼ੋਰੀ ਹੁੰਦੀ ਹੈ, ਸਹੀ ਨੂੰ ਸਹੀ ਨਾ ਕਹਿਣਾ। ਇਹ ਹਰ ਇੱਕ ਦੀ ਕਮਜ਼ੋਰੀ ਹੁੰਦੀ ਆ। ਬਿਰਲੇ ਹੁੰਦੇ ਆ ਜਿਹੜੇ ਰੱਬ ਦੇ ਪਿਆਰੇ ਨੇ, ਜਿਹੜੇ ਸਹੀ ਨੂੰ ਸਹੀ ਕਹਿੰਦੇ ਨੇ ਵੀ ਆਹ ਸਹੀ ਆ ਯਾਰ, ਭਾਵੇਂ ਦੁਸ਼ਮਣ ਵੀ ਕਿਉਂ ਨਾ ਹੋਵੇ, ਸਹੀ ਨੂੰ ਸਹੀ ਕਹਿਣਾ। ਇਹ ਵੀ ਮੰਨਿਆ ਜਾਂਦਾ ਅਕਬਰ ਦੇ ਵਿੱਚ ਇਹ ਗੁਣ ਸੀਗਾ, ਭਾਵੇਂ ਅਕਬਰ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ ਵਿਰੋਧੀ ਵੀ ਰਿਹਾਗਾ, ਪਰ ਉਹਦੇ ਵਿੱਚ ਇਹ ਗੁਣ ਸੀਗਾ, ਉਹ ਸਹੀ ਨੂੰ ਸਹੀ ਕਹਿੰਦਾ ਸੀ। ਗੱਲ ਖਤਮ ਆ ਬਸ। ਨਹੀਂ ਤਕਰੀਬਨ ਰਾਜੇ ਹੁੰਦੇ ਆ ਨਾ, ਜਿਹੜੇ ਅਮੀਰ ਲੋਕ ਹੁੰਦੇ ਨੇ, ਇਹ ਲੋਕਾਂ ਦੀਆਂ ਗੱਲਾਂ ਵੱਧ ਸੁਣਦੇ ਨੇ।
ਇਹ ਆਪਦੇ ਦਿਮਾਗ ਨਾਲ ਤਾਂ ਘੱਟ ਹੀ ਕੰਮ ਕਰਦੇ ਹੁੰਦੇ ਨੇ। ਇਹਨਾਂ ਨੂੰ ਲਾਈ ਲੱਗ ਕਿਹਾ ਜਾਂਦਾ ਗਾ। ਸ਼ਾਹਜਹਾਂ ਵੀ ਲਾਈ ਲੱਗਾ, ਜਹਾਂਗੀਰ ਵੀ ਲਾਈ ਲੱਗਾ। ਜਹਾਂਗੀਰ ਨੇ ਤਾਂ ਮਗਰੋਂ ਭਾਂਡਾ ਭਾਣੀ ਦਿੱਤਾ ਸੀ, ਕਹਿੰਦਾ ਮੇਰਾ ਤਾਂ ਦਿਮਾਗ ਚੰਦੂ ਵਰਗੇ ਨੇ ਖਰਾਬ ਕਰਤਾ ਸੀਗਾ। ਮੇਰਾ ਦਿਮਾਗ ਤਾਂ ਨਾ ਆ ਮੇਰੇ ਆਸੇ ਪਾਸੇ ਰਹਿਣ ਵਾਲਿਆਂ ਨੇ ਖਰਾਬ ਕਰਤਾ ਸੀ, ਮੇਰਾ ਕੋਈ ਕਸੂਰ ਨਹੀਂ ਗਾ। ਤੇ ਬਾਅਦ ਵਿੱਚ ਸਾਰੇ ਦੋਸ਼ੀ ਵੀ ਫੜਾਤੇ ਸੀ, ਆ ਫੜ ਲਓ, ਇਹਨਾਂ ਨੂੰ ਸਜ਼ਾ ਦਿਓ। ਦੋਸ਼ੀ ਤਾਂ ਮੈਂ ਵੀ ਆ, ਪਰ ਇਹਨਾਂ ਨੇ ਮੇਰਾ ਦਿਮਾਗ ਖਰਾਬ ਕਰਤਾ ਸੀਗਾ। ਕਹਿਣ ਤੋਂ ਭਾਵ ਕੋਈ ਬਿਰਲਾ ਹੁੰਦਾ ਰੱਬ ਦਾ ਪਿਆਰਾ ਜਿਹੜਾ ਲਾਈ ਲੱਗ ਨਾ ਹੋਵੇ। ਨਹੀਂ, ਜ਼ਿਆਦਾਤਰ ਅਮੀਰ ਲੋਕ, ਰਾਜੇ ਮਹਾਰਾਜੇ, ਇਹ ਲਾਈ ਲੱਗ ਹੁੰਦੇ ਨੇ। ਆਪਦੀ ਗੱਲ ਤਾਂ ਜਾਂ ਖੋਜ ਤਾਂ ਘੱਟ ਹੀ ਕਰਦੇ ਨੇ। ਕਹਿਣ ਤੋਂ ਮੁਰਾਦ ਵੀ ਲੋਕਾਂ ਦਾ ਸੁਭਾਅ, ਲੋਕਾਂ ਦੀ ਕਮਜ਼ੋਰੀ ਵੀ ਇਹ ਆ ਵੀ ਲੋਕ ਨਾ ਕਿਸੇ ਦੀ ਗਲਤ ਗੱਲ ਸੁਣ ਕੇ ਉਹ ਤੇ ਅਸਰ ਛੇਤੀ ਕਰਦੇ ਆ, ਤੇ ਗੁਰੂ ਦੀ ਸਹੀ ਗੱਲ ਸੁਣ ਕੇ ਅਸਰ ਘੱਟ ਕਰਦੇ ਨੇ। ਤੇ ਹੁਣ ਸ਼ਬਦ ਗੁਰੂ ਤਾਂ ਵਾਨਾਰਸ ਦੇ ਵਿੱਚ ਪਹਿਲਾਂ ਹੀ ਬੋਲੀ ਜਾਂਦਾ ਨਾ। ਭਾਵੇਂ ਦੋਵੇਂ ਨੌਜਵਾਨ, ਇਹ ਦੋਵੇਂ ਬੱਬਰ ਸ਼ੇਰ ਕਹਿ ਲੋ, ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਜੀ, ਪੂਰੀ ਬਨਾਰਸ ਦੀ ਧਰਤੀ ਵਿੱਚ ਡਰੇ ਨਹੀਂ ਪੁਜਾਰੀਆਂ ਤੋਂ। ਧਮਕੀਆਂ ਤਾਂ ਦਿੱਤੀਆਂ ਨਾ ਅਗਲੇ ਨੇ, ਤੁਹਾਨੂੰ ਮਾਰ ਦਾਂਗੇ, ਤੁਸੀਂ ਸਾਡੇ ਉਲਟ ਚੱਲਦੇ ਹੋ। ਦੇਖੋ, ਸਾਰਾ ਸ਼ਹਿਰ ਇੱਕ ਪਾਸੇ ਆ ਤੇ ਤੁਸੀਂ ਦੋ ਚਾਰ ਹੋ ਜਿਹੜੇ ਅਲੱਗ ਤੁਰੇ ਫਿਰਦੇ ਹੋ। ਲਫ਼ਜ਼ ਕੀ ਵਰਤੇ ਨੇ, ਤੁਸੀਂ ਦੋ ਚਾਰ ਹੀ ਹੋ ਜਿਹੜੇ ਅਲੱਗ ਤੁਰੇ ਫਿਰਦੇ ਹੋ। ਤੇ ਕਬੀਰ ਤੇ ਰਵਿਦਾਸ ਜੀ ਨੇ ਕਿਹਾ ਅਸੀਂ ਦੋ ਚਾਰ ਹੀ ਬਹੁਤ ਹਾਂ। ਗਿਣਤੀ ਵਧਾਉਣ ਦਾ ਚੱਕਰ ਨਹੀਂ ਕੀਤਾ ਗਾ ਵੀ ਆਪਾਂ ਗਿਣਤੀ ਵਧਾਈਏ। ਤੇ ਗੱਲ ਇਹ ਵੀ ਸਹੀ ਆ, ਦਸ਼ਮੇਸ਼ ਪਿਤਾ ਜੀ ਨੇ ਚਮਕੌਰ ਦੀ ਜੰਗ ਵਿੱਚ ਸਿੱਧ ਵੀ ਕੀਤਾ ਹੋਇਆ। 1.25 ਲੱਖ ਸੇ ਏਕ ਲੜਾਊ ਤਵੈ ਗੋਬਿੰਦ ਸਿੰਘ ਨਾਮ ਕਹਾਊ। ਤੇ ਗੁਰੂ ਪਾਤਸ਼ਾਹ ਨੇ ਇਤਿਹਾਸਕ ਬਚਨਾਂ ਰਾਹੀਂ ਵੀ ਸਿੱਧ ਕੀਤਾ, ਮੇਰਾ ਤਾਂ ਕੱਲਾ ਹੀ ਵਾਧੂ ਵਾ 1.25 ਲੱਖ ਦੇ ਬਰੋਬਰ ਆ। ਇਹਦਾ ਅੱਜ ਦੇ ਸਮੇਂ 'ਚ ਮਤਲਬ ਕੀ ਬਣ ਗਿਆ ਵੀ ਜੇ ਗੁਰੂ ਦੀ ਬਾਣੀ ਦਾ ਗਿਆਨ ਰੱਖਣ ਵਾਲਾ ਵਿਅਕਤੀ ਇੱਕ ਪਾਸੇ ਇੱਕ ਹੋਵੇ ਤੇ ਦੂਜੇ ਪਾਸੇ ਭਾਵੇਂ ਹਜ਼ਾਰਾਂ ਦੀ ਗਿਣਤੀ 'ਚ, ਲੱਖਾਂ ਦੀ ਗਿਣਤੀ 'ਚ ਲੋਕ ਹੋਣ, ਪਰ ਦਲੀਲ ਦੇ ਆਧਾਰ ਤੇ ਗੁਰਬਾਣੀ ਦੀ ਵਿਚਾਰ ਨੂੰ ਸਮਰਪਿਤ ਵਿਅਕਤੀ ਨੂੰ ਕੋਈ ਹਰਾ ਨਹੀਂ ਸਕਦਾ। ਗਰੰਟੀ ਆ, ਇਹ ਤੁਹਾਨੂੰ ਵੀ ਭਰੋਸਾ ਬਣ ਜਾਊਗਾ। ਜੇ ਪੂਰਨ ਤੌਰ ਤੇ ਆਪਾਂ ਗੁਰਬਾਣੀ ਦੇ ਲੜ ਲੱਗ ਜਾਈਏ ਨਾ, ਤੁਸੀਂ ਹਿੱਕ ਥਾਪੜ ਕੇ ਗੱਲ ਕਰੋਗੇ ਵੀ ਆਓ ਜਿਹਨੇ ਗੱਲ ਕਰਨੀ ਆ ਦਲੀਲ ਨਾਲ ਬੈਠੋ, ਰੌਲਾ ਨਹੀਂ ਪਾਉਣਾ, ਦਲੀਲ ਨਾਲ ਗੱਲ ਕਰੋ ਆ ਕੇ। ਜਿਹਨੂੰ ਆਪਾਂ ਆਪਣੀ ਭਾਸ਼ਾ 'ਚ ਕਹਿ ਦਿੰਦੇ ਆ ਅੱਖ 'ਚ ਅੱਖ ਪਾ ਕੇ ਗੱਲ ਕਰਨੀ, ਤੇ ਇਹ ਗੁਰੂ ਸਿਖਾਉਂਦਾ ਵੀ ਅੱਖ 'ਚ ਅੱਖ ਪਾ ਕੇ ਕਿਵੇਂ ਗੱਲ ਕਰੀਦੀ ਆ। ਤੇ ਹੁਣ ਉੱਥੇ ਪਹਿਲਾਂ ਬੈਠੇ ਨੇ ਦੋ ਨੌਜਵਾਨ, ਬਾਬਾ ਕਬੀਰ ਸਾਹਿਬ ਤੇ ਬਾਬਾ ਰਵਿਦਾਸ ਜੀ। ਇਹਨਾਂ ਨੇ ਪਹਿਲਾਂ ਉੱਥੇ ਇਹ ਨਾਅਰੇ ਬੋਲੇ ਹੋਏ ਨੇ, ਕਿਹੜੇ? ਗਲੀ ਜਿਨ੍ਹਾਂ ਜਪ ਮਾਲੀਆਂ ਲੋਟੈ ਹੱਥ ਨਵਾਗੋ, ਹਰ ਕੇ ਸੰਤਨ ਆਖੀਏ ਬਨਾਰਸ ਕੇ ਠੱਗ। ਤੇ ਇੱਥੇ ਗੁਰੂ ਨਾਨਕ ਸਾਹਿਬ ਵੀ ਪਹੁੰਚ ਗਏ ਬਨਾਰਸ ਦੀ ਧਰਤੀ ਤੇ। ਪੰਡਤ ਇਕੱਠੇ ਹੋ ਕੇ ਆਏ, ਕੌਣ ਹੋ ਤੁਸੀਂ, ਕਿਵੇਂ ਆਏ ਹੋ, ਕਿੱਧਰ ਨੂੰ ਆਏ ਹੋ? ਤੇ ਗੁਰੂ ਨਾਨਕ ਪਾਤਸ਼ਾਹ ਨੇ ਦੱਸਤਾ, ਆਪਣੀ ਸਾਰਾ ਮਿਸ਼ਨ ਦੱਸਤਾ। ਰੱਬ ਦੇ ਪਰੇ ਲੁਕੋ ਨਹੀਂ ਰੱਖਦੇ ਵੀ ਅਸੀਂ ਤਾਂ ਤੁਹਾਨੂੰ ਦੱਸੋ ਕਿਵੇਂ ਸਾਡਾ ਆਉਣਾ ਇੱਥੇ ਗਲਤ ਆ ਜਾਂ ਸਹੀ ਆ, ਕਿਵੇਂ ਲੱਗਦਾ? ਉਹ ਕਹਿੰਦੇ ਬਹੁਤ ਵਧੀਆ, ਪਰ ਅਸੀਂ ਤੁਹਾਡੇ ਨਾਲ ਸਭ ਤੋਂ ਪਹਿਲਾਂ ਵਿਚਾਰ ਕਰਨੀ ਚਾਹੁੰਦੇ ਆ। ਵਿਚਾਰ ਗੁਰੂ ਨਾਨਕ ਸਾਹਿਬ ਕਹਿੰਦੇ, ਸੁਲਤਾਨ ਵਾਹਿਗੁਰੂ ਮੈਂ ਤਲਵੰਡੀ ਤੋਂ ਚੱਲੇ ਹੀ ਵਿਚਾਰ ਕਰਨ ਵਾਸਤੇ ਆ, ਤੁਹਾਡੇ ਤੱਕ ਮੈਂ ਆਈ ਤਾਂ ਮੈਂ ਬਸ ਵਿਚਾਰਾਂ ਕਰਦਾ ਫਿਰਦਾਗਾ, ਆਓ ਮੇਰੇ ਨਾਲ ਕੋਈ ਸਵਾਲ ਜਵਾਬ ਕਰੋ। ਤੇ ਆਪਾਂ ਨੂੰ ਵੀ ਪਤਾ ਨਾ ਵੀ ਸਿੱਧਾਂ ਦੇ ਨਾਲ ਵਿਚਾਰ ਹੁੰਦੀ ਆ। ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੇ ਵਿੱਚ ਸਿੱਧ ਗੋਸ਼ਟ ਨਾਮ ਦੀ ਬਾਣੀ ਆ। ਅਸੀਂ ਤਾਂ ਅਜੇ ਤੱਕ ਸੁਖਮਨੀ ਸਾਹਿਬ ਤੱਕ ਹੀ ਖੜੇ ਆ। ਇਹ ਸਾਨੂੰ ਕਹਿਤਾ ਜੀ ਰੂਮੀ ਵਾਲਿਆਂ ਨੇ ਵੀ ਸੁਖਮਨੀ ਪੜ੍ਹਨੀ ਆ ਤੇ ਇਦੋਂ ਗਾਹਾਂ ਨਹੀਂ ਕੁਛ ਪੜ੍ਹਨਾਗਾ। ਮਾਫ ਕਰਨਾ, ਸਾਡਾ ਧਿਆਨ ਤਾਂ ਇੱਥੇ ਰੋਕੀ ਬੈਠੇ ਆ। ਤੇ ਸਿੱਧ ਗੋਸ਼ਟ ਬਾਣੀ ਦੇ ਵਿੱਚ 140 ਸਵਾਲ ਬਾਬੇ ਨਾਨਕ ਨੂੰ ਕੀਤੇ ਨੇ। ਕਿਹਨਾਂ ਨੇ? ਸਿੱਧਾਂ ਨੇ। 140 ਸਵਾਲ। ਤੇ ਬੱਚੇ ਨੂੰ ਨਾ 30 35 40 ਇਕੱਲੇ ਸਵਾਲ ਹੁੰਦੇ ਨੇ, ਉਹ ਵੀ 3 ਘੰਟਿਆਂ ਦਾ ਸਮਾਂ ਆਉਂਦਾ ਵੀ 3 ਘੰਟਿਆਂ ਦੇ ਵਿੱਚ ਲਿਖਤੀ ਪੇਪਰ ਕਰਦੇ, ਆਹ ਤੈਨੂੰ ਸਵਾਲ ਨੇਗੇ। ਤੇ ਬੱਚਾ ਜਾਂ ਆਪਾਂ ਲਾ ਲਓ ਉੱਥੇ ਖੜੇ ਰਹਿੰਦੇ ਵੀ ਕੀ ਕਰੀਏ ਤੇ ਕੀ ਛੱਡੀਏ। ਬਾਬੇ ਨਾਨਕ ਨੂੰ ਹਾਲਾਂਕਿ ਸਕੂਲੀ ਪੜ੍ਹਾਈ ਦੀ ਪਹਿਲਾਂ ਤਿਆਰੀ ਆ, 1 ਸਾਲ ਪਹਿਲਾਂ ਪੜ੍ਹਾਇਆ ਗਿਆ, ਤੇ ਬਾਬੇ ਨਾਨਕ ਨੂੰ ਕਿਹੜਾ ਕਿਸੇ ਨੇ ਪਹਿਲਾਂ ਪੜ੍ਹਾਇਆ ਸੀਗਾ? ਤੁਰਤੀ ਸਵਾਲ ਤੇ ਤੁਰਤੀ ਜਵਾਬ ਲੈਣੇ ਆ। ਤੇ ਉਹ 140 ਸਵਾਲ ਅੱਜ ਵੀ ਬਾਬੇ ਨਾਨਕ ਦੀ ਬਾਣੀ ਵਿੱਚੋਂ ਸਾਨੂੰ ਪੜ੍ਹਨ ਨੂੰ ਮਿਲਦੇ ਨੇ।
ਅੱਜ ਵੀ। ਤੇ ਬਾਬੇ ਨਾਨਕ ਨੇ ਸਾਰਿਆਂ ਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ, ਪਰ ਜਿਹੜੇ ਜਵਾਬ ਬਾਬੇ ਨੇ ਮੰਗੇ ਅੱਜ ਤੱਕ ਉਹ ਲੋਕ ਜਵਾਬ ਨਹੀਂ ਦੇ ਸਕੇ। ਅੱਜ ਤੱਕ 550 ਸਾਲ ਬਾਅਦ ਵੀ ਉਹਨਾਂ ਸਿੱਧਾਂ ਨੂੰ ਕੋਈ ਜਵਾਬ ਬਾਬੇ ਨਾਨਕ ਦੇ ਸਵਾਲਾਂ ਦਾ ਨਹੀਂ ਆਇਆ। ਇਹਨੂੰ ਕਿਹਾ ਜਾਂਦਾ ਜਿੱਤਣਾ ਤੇ ਹਾਰਨਾ। ਜਿਹਨੇ ਸਵਾਲ ਦਾ ਜਵਾਬ ਨਹੀਂ ਦਿੱਤਾ ਉਹ ਹਾਰ ਗਿਆ, ਜਿਹਨੇ ਜਵਾਬ ਦਿੱਤਾ ਭਾਈ ਉਹ ਜਿੱਤ ਗਿਆ। ਗੱਲ ਖਤਮ। ਕਹਿਣ ਤੋਂ ਭਾਵ ਵੀ ਸਾਡਾ ਧਿਆਨ ਅਜੇ ਕੁਝ ਚੋਣਵੀਆਂ ਬਾਣੀਆਂ ਤੇ ਖੜਿਆ। ਮੇਰਾ ਮਤਲਬ ਇਹ ਨਹੀਂ ਵੀ ਅਸੀਂ ਸੁਖਮਨੀ ਸਾਹਿਬ ਪੜ੍ਹਨਾ ਨਹੀਂ, ਮੇਰਾ ਮਤਲਬ ਇਹ ਨਹੀਂ ਵੀ ਅਸੀਂ ਚੋਣਵੀਆਂ ਬਾਣੀਆਂ ਤੋਂ ਗਾਹਾਂ ਨਹੀਂ ਹੋਣਾ। ਅਜੇ ਤਾਂ ਸਾਡਾ ਧਿਆਨ ਕਿੱਥੇ ਖੜਾ ਗਾ? ਬਾਬਾ ਜੀ ਗੁਟਕਾ ਚਾਹੀਦਾ ਲੈ ਜਾਓ ਭਾਈ। ਕਿਹੜਾ ਚਾਹੀਦਾ ਗਾ? ਸੁਖਮਨੀ ਸਾਹਿਬ ਦਾ। ਕਿਹੜਾ ਚਾਹੀਦਾ ਗਾ ਜੀ? ਸਾਨੂੰ ਤਾਂ ਦੁੱਖ ਭੰਜਣੀ ਦਾ ਚਾਹੀਦਾ। ਅਜੇ ਦੁੱਖ ਭੰਜਣੀ ਦੇ ਗੁਟਕਿਆਂ 'ਚ ਹੱਥ ਮਾਰਦੇ ਫਿਰਦੇ ਆਪਾਂ। ਦੇਖੋ ਮੇਰਾ ਮਤਲਬ ਸਮਝੋ, ਇਹ ਨਹੀਂ ਹੈ ਵੀ ਅਸੀਂ ਪੜ੍ਹਨਾ ਨਹੀਂ, ਪੜ੍ਹਨਾ। ਪਰ ਉਹ ਤਾਂ ਪੁਜਾਰੀ ਨੇ ਚਾਲ ਖੇਡੀ ਆ, ਮੇਨ ਸ਼ਬਦ ਇੱਕ ਛੋਟੇ ਜਿਹੇ ਆਕਾਰ ਦਾ ਗੁਟਕਾ ਬਣਾ ਕੇ ਉਹਦੇ 'ਚ ਫਿੱਟ ਕਰਤੇ ਤੇ ਅਸੀਂ ਖੜ ਗਏ ਉੱਥੇ। ਉਹਨੂੰ ਪਤਾ ਸੀਗਾ ਵੀ ਜੇ ਤੂੰ ਗਾਹਾਂ ਨਿਕਲਿਆ ਏ ਤਾਂ ਜਿਹੜੇ 140 ਸਵਾਲ ਬਾਬੇ ਨਾਨਕ ਨੂੰ ਕੀਤੇ ਨੇ ਲੋਕ ਮੈਨੂੰ ਕਰਨਗੇ, ਮੈਥੋਂ ਜਵਾਬ ਨਹੀਂ ਆਉਣੇ। ਅਗਲੇ ਨੇ ਸਿਆਸਤ ਖੇਡੀ ਆ। ਬਚੋ ਬਸ। ਜੇ ਬਾਬੇ ਨਾਨਕ ਦੇ ਸਿੱਖ ਹਨ ਤੇ ਬਾਬੇ ਨਾਨਕ ਦਾ ਦਿਮਾਗ ਬਹੁਤ ਸੀ, ਉਦੋਂ ਆਪਾਂ 10% ਹੀ ਦਿਮਾਗ ਆਪਣਾ ਵਰਤ ਲਈਏ ਤਾਂ ਬਹੁਤ ਆ। ਜੇ ਬਾਬੇ ਨੇ 100% ਵਰਤਨ, ਆਪਾਂ 10 ਹੀ ਵਰਤ ਲਈਏ ਤਾਂ ਬਹੁਤ ਜ਼ਿਆਦਾ। ਗੁਰੂ ਕਿਰਪਾ ਕਰੀ। ਹੁਣ ਪੰਡਤ ਕਹਿੰਦੇ ਅਸੀਂ ਤੇਰੇ ਨਾਲ ਸਵਾਲ ਜਵਾਬ ਕਰਨੇ ਨੇ। ਬਾਬਾ ਨਾਨਕ ਕਹਿੰਦਾ ਕਰੋ ਭਾਈ। ਇਹਨਾਂ ਪੰਡਤਾਂ ਦਾ ਮੁਖੀਆ ਕੌਣ ਹੈਗਾ? ਚਤਰਦਾਸ। ਦੇਖੋ ਮਾਂ ਨੇ ਨਾਂ ਵੀ ਚਤਰ ਐਵੇਂ ਨਹੀਂ ਧਰਿਆ। ਜੇ ਚਤਰ ਆ ਨਾ, ਚਤਰ ਚਲਾਕ ਆ ਜੇ ਤਾਈਓ ਚਤਰ ਨਾਮ ਟਿਕਿਆ ਪਿਆ। ਲੱਛਣਾਂ ਤੋਂ ਦੇਖ ਕੇ ਟਿਕਿਆ ਹੁਣ ਨਾਮ ਤਾਂ ਪਹਿਲਾਂ, ਹਨਾ। ਹੁਣ ਚਤਰਦਾਸ ਨੇ ਬਾਬੇ ਨਾਨਕ ਦੇ ਨਾਲ ਵਿਚਾਰਾਂ ਕੀਤੀਆਂ, ਜਾਣੀ ਕਿ ਸਵਾਲ ਜਵਾਬ ਕੀਤੇ। ਬਾਬੇ ਨੇ ਹਰ ਗੱਲ ਦਾ ਜਵਾਬ ਬੜਾ ਵਧੀਆ ਦਿੱਤਾ, ਸੰਖੇਪ। ਹਰ ਗੱਲ ਦਾ ਜਵਾਬ ਬਹੁਤ ਵਧੀਆ ਦਿੱਤਾ। ਪਰ ਇੱਕ ਗੱਲ ਕਮਾਲ ਦੀ ਆ, ਗੁਰਬਾਣੀ ਦੇ ਵਿੱਚ ਆਪਾਂ ਕਿੰਨੇ ਵਾਰੀ ਪੜ੍ਹਦੇ ਆ, ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ, ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨ ਮਨ ਤੇ ਟਾਰੀ ਰੇ। ਕਿੰਨੇ ਵਾਰੀ ਪੜ੍ਹਦੇ ਆਪਾਂ, ਹਨਾ। ਸੋ ਕਹੋ ਟਲ ਗੁਰ ਸੇਵੀਏ ਆਹਨਸ ਸਹਿਜ ਸੁਭਾਏ। ਦਰਸ਼ਨ ਪਰਸ਼ੇ, ਪਰਸ਼ੇ ਦਾ ਲਫ਼ਜ਼ ਇੱਥੇ ਫੇਰ ਆਇਆ। ਉੱਥੇ ਵੀ ਦਰਸ਼ਨ ਪਰਸਨ ਇੱਕ ਨਹੀਂ ਅਨੇਕਾਂ ਥਾਵਾਂ ਤੇ ਪਰਸ਼ਣ ਵਾਲਾ ਲਫ਼ਜ਼ ਪੜ੍ਹਿਆ ਜਾਂਦਾ। ਅਨੇਕਾਂ ਥਾਵਾਂ ਤੇ ਪਰਸ਼ਣ ਤੋਂ ਭਾਵ ਹੁੰਦਾ ਛੋਹ ਜਾਣਾ, ਟੱਚ ਹੋਣਾ। ਪਰ ਕਮਾਲ ਆ ਸਿੱਖਾ, ਤੇਰੇ ਤਾਂ ਬਹੁਤ ਵੱਡੇ ਭਾਗ ਨੇ। ਆਪਾਂ ਆਪਣੇ ਆਪ ਦੀ ਗੱਲ ਕਰਨੀ ਆ, ਅਸੀਂ ਰੋਜ਼ ਗੁਰੂ ਨਾਲ ਟੱਚ ਹੁੰਨੇ ਆ। ਬਾਲੇ ਨਜਾਇਜ਼ ਵੱਡੇ ਭਾਗ ਨੇ। ਪਰ ਜਿਹੜੇ ਗੁਰੂ ਨਾਲ ਇੱਕ ਵਾਰੀ ਟੱਚ ਹੋਏ ਨਾ, ਇੱਕ ਵਾਰੀ, ਉਹ ਗੁਰੂ ਦੇ ਬਣ ਗਏ। ਗੱਲ ਤਾਂ ਆ, ਜਿਹੜੇ ਗੁਰੂ ਨਾਲ ਇੱਕ ਵਾਰੀ ਟੱਚ ਹੁੰਦੇ ਨੇ, ਟੱਚ, ਇਹ ਵੀ ਬਹੁਤ ਵੱਡੀ ਬਖਸ਼ਿਸ਼ ਹੁੰਦੀ ਆ। ਇੱਕ ਵਾਰੀ ਟੱਚ ਹੋਣਾ। ਦੇਖੋ ਇੱਕ ਰੀਤ ਆ ਸਾਡੇ ਸਮਾਜ ਦੇ ਵਿੱਚ, ਕਿਸੇ ਦੇ ਸਿਰ ਤੇ ਹੱਥ ਧਰਨਾ ਤੇ ਉਹਨੂੰ ਅਸੀਂ ਕਹਿੰਦੇ ਆ ਅਸੀਰਵਾਦ ਦੇਣਾ। ਪਰ ਅੱਜ ਅਸੀਰਵਾਦ ਨਸ਼ਿਆਂ ਵਾਲੇ ਦਿੰਦੇ ਨੇ। ਅੱਜ ਅਸੀਰਵਾਦ ਗੰਦੇ ਲੋਕਾਂ ਤੋਂ ਅਸੀਂ ਲੈਂਦੇ ਆ। ਅੱਜ ਅਸੀਰਵਾਦ ਨਾ ਕਿੰਨਾਂ ਤੋਂ ਲੈਂਦੇ ਆ ਆਪਾਂ ਜਾਣਦੇ ਆ। ਪਰ ਵਾਹਿਗੁਰੂ ਭਲਾ ਕਰੇ, ਉਹਦਾ ਨਾ ਨਿਆਣੇ ਦੇ ਸਿਰ ਤੇ ਹੱਥ ਧਰਾਉਣ ਦਾ ਮਤਲਬ ਇੱਕ ਡਾਕਟਰੀ ਨੁਕਤਾ ਸੀ। ਜਿਹੜਾ ਕੋਈ ਨਜਾਇਜ਼ ਚੰਗੇ ਕੰਮਾਂ ਵਾਲਾ ਭਲੇ ਪੁਰਖ, ਜਿਹਦੇ ਵਿੱਚ ਗੁਣੀ ਗੁਣ ਨੇ ਨਾ, ਉਹਦੇ ਹੱਥ ਨੂੰ ਆਪਣੇ ਸਿਰ ਤੇ ਧਰਾਉਣਾ, ਜਾਣੀ ਕਿ ਟੱਚ ਹੋਣਾ, ਇੱਕ ਦੁਨੀਆ ਦਾ ਮੰਨਿਆ ਵਿਆ ਇਹ ਨੁਕਤਾ ਸੀ ਵੀ ਸਾਡੇ ਬੱਚੇ ਦਾ ਦਿਮਾਗ ਵੀ ਤੇਰੇ ਵਰਗਾ ਹੋ ਜਾਏ। ਇੱਕ ਮਨ ਦੀ ਕਲਪਨਾ ਸੀ। ਪਰ ਅੱਜ ਰਿਵਾਜ ਹੀ ਬਣਿਆ ਪਿਆ। ਗਲ ਬੱਕੜੀ ਪਾਉਣੀ ਇੱਕ ਨੁਕਤਾ ਸੀਗਾ, ਨੁਕਤਾ ਸੀ ਨਾ। ਅੱਜ ਇਹ ਸਿਸਟਮ ਹੀ ਬਣਿਆ ਪਿਆ ਮਿਲਣੀ ਦਾ। ਵਾਹਿਗੁਰੂ ਭਲਾ ਕਰੇ। ਪੈਰਾਂ ਨੂੰ ਹੱਥ ਲਾਉਣਾ ਜਾਣੀ ਕਿ ਟੱਚ ਹੋਣਾ ਇੱਕ ਨੁਕਤਾ ਸੀਗਾ,
एक नुकता सी ना, पर बाबे नानक ने सानू ये सारे नुकतियां तो तोड़ के एक गल सिखाती भी अपनी सुरत नू गुरु दी सुरत नाल टच कर दे, ये पासे कर दे सारा कुछ। ये तो मन की कल्पना ना, चलो चंगी सी माड़ी नहीं आपां कहंदे गे, वधिया सी भावना चंगी है, शुद्ध भावना भी मेरे घर का बच्चा, मेरे घर का पुत धी भी वो भी चंगे गुणां दा मालक होवे जे किसी नाल टच हुंदा। पर बाबे नानक ने विचारां दी अटैचमेंट नूं बड़ा मन्निया, अपने विचारां नूं विचारां नाल टच कर, जानी कि शो जाना दर्शन परसिया भाव गुरु नानक पातशाह जी दे नाल भाई चतर पंडित चतरदास जी उन्हां दे विचार आपस विच टच हो रहे ने। जो टच हो गए ना, बाबे नानक दे बचन इन्ने तकड़े ने। चतरदास हथ बन के कहंदा, तुहाडीआं गल्लां ना 16 आने सही ने, 100% आपां कह लो 100% सही ने। असी तो बहुत मंदड़े कर्मां च फसे पे हाँ। आपां पहलां भी गल कीती है भी अपनी गलती नूं मन लेना ते किसे दे गुणां दी वडियाई कर देनी, ये आम बंदे दा काम नहीं। पर चतरदास एक मुखिया, एक मेन हैगा जिहड़ा मन गया भी मेरियां गल्लां च जां मेरे जीवन दी विद्वानगी च कमी आ, तेरे च कोई कमी नहीं, मैं हरिया ते तू जित्या, मन गया। चलो हुण की कहंदा ना, कहंदा मेरी एक गल सुन लो, कहंदा थोड़े विचारां वर्गे विचारां दे बंदे ना इस बनारस दी धरती ते 2 जने होर ने, असी तां अज तक उन्हां नूं प्यार नहीं दिता, ये भी मन गया असी उन्हां नूं प्यार नहीं दिता। साडे दिमाग दी सोच आ भी वो शूद्र परिवार नाल संबंधित ने, एक जुलाहियां दा लड़का ते एक चमारां दा लड़का। असी तां उन्हां नूं फिटकार दित्ती आ, पिछे रखिया गा, पर बाबा उन्हां दियां गल्लां ना थोड़ियां गल्लां दे नाल अटैचमेंट हुंदियां, मिलदियां ने। ते गुरु नानक साहब ने की कहा, मैं आई उन्हां नूं मिलना, मैं आया उन्हां नूं मिलण वास्ते हाँ। ते गुरु नानक साहब, भाई मरदाना जी ते पंडित चतरदास, ये गुरु नानक पातशाह जी ना भगत कबीर साहब दे घर वाल चल पे ते कबीर साहब दा कुंडा खड़काया, मिले, बड़े प्यार विच भिज के मिले, बड़े प्यार विच भिज के मिले ने। ते कबीर साहब ने एक जांदे ही बाबे नानक नूं सवाल कीता, एक गल इत्थे थोड़ी जी होर ध्यान च रखियो, वैसे नॉलेज विच रखण वाली बात आ, पर असी अपने दिमाग ते देखना भी किन्ना क बोझ पा सकते हैं, भी असी इस नूं अपने दिमाग विच सेव कर सकते जां नहीं। गुरु नानक साहब दी इस टाइम उम्र आ गई 40-43 साल दे लगभग, ते भगत कबीर साहब दी उम्र आ 45 तो 47 दे विचकार, जानी कि भगत कबीर साहब बाबे नानक नूं 5-7 साल वड्डा सी। इसे धरती ते एक भगत होर रहिंदा जिन्हां दी उम्र आ तकरीबन 85 तो 92-90 साल दे ਏੜ ਫੇੜ, ਉਹ ਆ ਭਗਤ ਰਵਿਦਾਸ जी, ਭਗਤ ਰਵਿਦਾਸ जी। हुण भगत कबीर साहब ने जांदे ही एक सवाल कीता, गल्लां बातां होईयां ते गुरु नानक पातशाह जी हथ बन के गुरु नानक साहब जी अगे ना भगत कबीर साहब जी कहंदे, तू इत्थे की करन आया, तू इत्थे की करन आया। ते जदों गुरु नानक साहब नूं इह गल कही ना, ते गुरु नानक साहब जी ने फिर जवाब दिता, कहंदा भगत कबीर साहब जी, ये थोड़े वाली गल ना मैं भी 9 साल दी उम्र च कही सी, 9 साल दी उम्र च कही सी। मेरे घरे
ਪੰਡਤ ਹਰਦਿਆਲ ਜੀ ਪਹੁੰਚੇ ਜਨੇਊ ਪਾਉਣ ਵਾਸਤੇ, ਜਨੇਊ ਪਾਉਣ ਵਾਸਤੇ। ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਤੁਸੀਂ ਇੱਥੇ ਕੀ ਕਰਨਾ? ਉਹ ਕਹਿੰਦੇ ਜਨੇਊ ਪਾਉਣ ਆਏ ਆ। ਤੇ ਬਾਬਾ ਨਾਨਕ ਕਹਿੰਦਾ ਮੈਂ ਕਿਹਾ ਵੀ ਮੈਂ ਸਰੀਰਕ ਤਲ ਤੇ ਜਨੇਊ ਨਹੀਂ ਪਾਉਣਾ, ਤੇ ਮੈਂ ਤਾਂ ਨਾ ਆਤਮਾ ਦੇ ਜਨੇਊ ਪਾਉਣਾ ਤੇ ਹੋਰਾਂ ਦੇ ਪਾਉਣਾ ਵੀ ਆ, ਪਵਾਉਣਾ ਵੀ ਆ ਤੇ ਪਾਉਣਾ ਵੀ ਆ। ਤੇਰੇ ਕੋਲੇ ਹੈ ਤਾਂ ਪਾ ਦੇ ਤੇ ਨਹੀਂ ਚਲਾ ਜਾ। ਜਿਹੜੀ ਗੱਲ ਤੂੰ ਕਹੀ ਨਾ ਤੂੰ ਇੱਥੇ ਕੀ ਕਰਨ ਆਇਆ, ਮੈਂ ਅੱਜ ਤੇਰੇ ਕੋਲੋਂ ਜਨੇਊ ਪਵਾਉਣ ਆਇਆ। ਤੇ ਹੁਣ ਆਪਾਂ ਸਮਝਦੇ ਹਾਂ ਨਾ ਵੀ ਕਿਹੜਾ ਜਨੇਊ ਆ ਉਹ, ਵੀ ਤੇਰੇ ਕੋਲੇ ਨਾ ਬਾਣੀ ਲਿਖੀ ਹੋਈ ਆ। ਮੈਂ ਤਾਂ ਗੁਰਮੁਖ ਖੋਜਤ ਭਏ ਉਦਾਸੀ, ਮੇਰਾ ਉਦਾਸੀਆਂ ਲਾਉਣ ਦਾ, ਪ੍ਰਚਾਰਕ ਫੇਰੀਆਂ ਲਾਉਣ ਦਾ ਮਤਲਬ ਹੀ ਇਹ ਆ ਵੀ ਜਿੱਥੇ ਤਾਂ ਸੱਚ ਦੀ ਗੱਲ ਪਈ ਆ ਉਹਨੂੰ ਮੈਂ ਚੱਕ ਕੇ ਲਿਆਉਣਾ, ਤੇ ਜਿੱਥੇ ਸੱਚ ਹੈ ਨਹੀਂ ਉੱਥੇ ਸੱਚ ਸੁਣਾਉਣਾ। ਮੇਰਾ ਮਤਲਬ ਆਹ। ਇੱਕ ਗੱਲ ਹੋਰ ਦੇਖਿਓ ਇਹਦੇ ਵਿੱਚੋਂ, ਹਰ ਇੱਕ ਬੰਦੇ ਦੀ ਭਾਵਨਾ ਹੁੰਦੀ ਆ ਵਿਰਲਿਆਂ ਨੂੰ ਛੱਡ ਕੇ ਵੀ ਮੈਂ ਆਪਣੀ ਗੱਲ ਮਨਵਾਉਣੀ ਆ, ਮੈਂ ਨਹੀਂ ਮੰਨਣੀ ਕਿਸੇ ਦੀ। ਪਰ ਬਾਬੇ ਨਾਨਕ 'ਚ ਕਿੱਡਾ ਵੱਡਾ ਗੁਣ ਸੀ, ਉਹ ਗੱਲ ਸੁਣਾ ਕੇ ਲੋਕਾਂ ਨੂੰ ਮੰਨਣ ਲਈ ਵੀ ਕਹਿੰਦਾ ਵੀ ਸੁਣ ਕੇ ਮੰਨੋ। ਸੁਣਿਆ ਮੰਨਿਆ ਮਨ ਕੀਤਾ ਭਾਓ, ਤੇ ਫਿਰ ਤੁਸੀਂ ਪਿਆਰ ਪੈਦਾ ਕਰੋ ਆਪਣੇ ਜੀਵਨ 'ਚ। ਤੇ ਜਿੱਥੇ ਗੱਲ ਬਾਬੇ ਨਾਨਕ ਨੂੰ ਕੋਈ ਸੁਣਾਉਣ ਵਾਲਾ ਨਾ, ਤੇ ਉੱਥੇ ਬਾਬਾ ਨਾਨਕ ਹੋਰਾਂ ਦੀ ਗੱਲ ਸੁਣ ਕੇ ਮੰਨ ਵੀ ਲੈਂਦਾ। ਬਾਬਾ ਨਾਨਕ ਨਾ ਅੱਜ ਦੇ ਬਾਬਿਆਂ ਵਰਗਾ ਨਹੀਂ ਹੈਗਾ ਵੀ ਮੰਨੇ ਨਾ। ਬਾਬਾ ਨਾਨਕ ਤਾਂ ਮੰਨਦਾ ਇਸ ਗੱਲ ਨੂੰ ਵੀ ਮੈਂ ਤਾਂ ਨਾ ਜਿੱਥੇ ਜਿੱਥੇ ਸੱਚ ਦੇ ਪੁਜਾਰੀ ਬੈਠਿਆ, ਸੱਚ ਵਖਰ ਕੇ ਹਮ ਬਣ ਜਾ ਰਹੇ, ਮੈਂ ਤਾਂ ਉੱਥੇ ਉੱਥੇ ਜਾ ਕੇ ਨਾ ਵਪਾਰ ਕਰਦਾ ਸੱਚ ਦਾ, ਉਹਨਾਂ ਤੋਂ ਸੱਚ ਦੀਆਂ ਪੋਥੀਆਂ ਲੈ ਰਿਹਾ ਹੈਗਾ। ਆਹ ਦੇਖ ਮੇਰੇ ਹੱਥ ਵਿੱਚ ਕਿਤਾਬ ਵੀ ਆ, ਕੱਛ ਕਿਤਾਬ ਆ ਨਾ ਕੱਛ ਵਿੱਚ, ਤੇ ਹੱਥ ਵਿੱਚ ਸੋਟਾ ਵੀ ਆ। ਮਤਲਬ ਮੈਂ ਨਾ ਜਿੱਥੇ ਜਿੱਥੇ ਗੁਣਾਂ ਦੇ ਧਾਰਨੀ ਲੋਕ ਬੈਠੇ ਨੇ ਉਹਨਾਂ ਤੋਂ ਕੁਛ ਖੱਟਣਾ ਵੀ ਆ ਤੇ ਅੱਗੇ ਵੰਡਣਾ ਵੀ ਆ। ਮੇਰਾ ਮਿਸ਼ਨ ਤੇਰੇ ਕੋਲੇ ਆਉਣ ਦਾ ਆ। ਬੜੀਆਂ ਰੱਜ ਕੇ ਵਿਚਾਰਾਂ ਕੀਤੀਆਂ। ਭਗਤ ਕਬੀਰ ਸਾਹਿਬ ਜੀ ਦੀ ਜਿੰਨੀ ਬਾਣੀ ਸੀ, ਗੁਰੂ ਨਾਨਕ ਸਾਹਿਬ ਨੇ ਭਗਤ ਕਬੀਰ ਸਾਹਿਬ ਦੇ ਘਰ ਵਿੱਚ ਬੈਠ ਕੇ, ਬਨਾਰਸ ਵਿੱਚ ਬੈਠ ਕੇ ਤੇ ਬਾਣੀ ਪ੍ਰਾਪਤ ਕੀਤੀ, ਉਹ ਬਾਣੀ ਲੈਤੀ। ਤੇ ਜਿਹੜੀ ਅੱਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਆ, ਇਹ ਬਾਣੀ ਬਾਬੇ ਨਾਨਕ ਨੇ ਐਵੇਂ ਨਹੀਂ ਭਾਈ ਵੀ ਇੱਥੋਂ ਇੱਧਰੋਂ ਉੱਧਰੋਂ ਇਕੱਠੀਆਂ ਕਰਕੇ ਆਮ ਜੀਆਂ ਗੱਲਾਂ ਫਿੱਟ ਕਰਤੀਆਂ। ਜਿੱਥੇ ਜਿੱਥੇ ਬਾਬੇ ਨਾਨਕ ਨੂੰ ਸੱਚ ਦੇ ਆਸ਼ਿਕ ਮਿਲੇ ਨਾ, ਉਹਨਾਂ ਕੋਲ ਜਾ ਕੇ ਬਾਣੀ ਲੈ ਕੇ ਆਇਆ। ਫਿਰ ਹੁਣ ਇੱਥੇ ਵਿਚਾਰਾਂ ਹੋਈਆਂ ਪੰਡਤ ਚਤਰਦਾਸ, ਭਗਤ ਕਬੀਰ ਸਾਹਿਬ, ਭਾਈ ਮਰਦਾਨਾ ਜੀ ਤੇ ਗੁਰੂ ਨਾਨਕ ਸਾਹਿਬ, ਚਾਰ ਹੋ ਗਏ ਨਾ। ਤੇ ਹੁਣ ਅੱਗੇ ਚਾਲੇ ਪਾਏ ਨੇ ਭਗਤ ਰਵਿਦਾਸ ਜੀ ਦੇ ਘਰ, ਤੇ ਭਗਤ ਰਵਿਦਾਸ ਜੀ ਦੇ ਨਾਲ ਮੁਲਾਕਾਤ ਹੋਈ, ਮਿਲਣੀ ਹੋਈ, ਆਪਸ ਵਿੱਚ ਸੁਰਤ ਨਾਲ ਸੁਰਤ ਟੱਚ ਹੋਈ, ਜਿਹਨੂੰ ਆਪਾਂ ਟੈਲੀਪੈਥੀ ਵੀ ਕਹਿ ਦਿੰਦੇ ਆ। ਆਪਸ ਵਿੱਚ ਪਿਆਰ ਦੀ ਭਾਵਨਾ ਬਣੀ। ਭਾਵੇਂ ਮੁਲਾਕਾਤ ਪਹਿਲੀ ਵਾਰ ਹੋਈ ਆ, ਇੱਕ ਗੱਲ ਧਿਆਨ 'ਚ ਰੱਖਿਓ, ਜਿਹੜਾ ਵਿਅਕਤੀ ਨੂੰ ਪਿਆਰ ਕਰਦਾ ਨਾ, ਦੇਖੋ ਇੱਕ ਤਾਂ ਜਿਸਮ ਦੇ ਪੁਜਾਰੀ ਹੁੰਦੇ ਨੇ, ਜਿਸਮ ਦੇ ਲੁਟੇਰੇ ਹੁੰਦੇ ਨੇ, ਉਹ ਭਾਵਨਾ ਨਹੀਂ। ਇੱਕ ਮਨੁੱਖਤਾ ਦੇ ਤਲ ਤੇ ਆਮ ਕਰਕੇ ਆਪਾਂ ਗੁਰੂ ਨਾਨਕ ਸਾਹਿਬ ਤੋਂ ਪਿਆਰ ਦੀ ਪਰਿਭਾਸ਼ਾ ਸੁਣਦੇ ਆ। ਅੱਬਲ ਅੱਲਾ ਨੂਰ ਉਪਾਇਆ ਕੁਦਰਤ ਕੇ, ਸਭ ਬੰਦੇ ਵਾਲੇ ਕਨਸੈਪਟ ਨੂੰ ਧਾਰਨ ਕਰਦੇ ਆਪਣੀ ਜ਼ਿੰਦਗੀ 'ਚ। ਉਹ ਪਿਆਰ ਦੀ ਭਾਵਨਾ ਬੰਦੇ ਦੀ ਪਹਿਲੀ ਵਾਰ, ਪਹਿਲੇ ਫਸਟ ਟਾਈਮ ਤੇ ਨਾ ਕਿਸੇ ਨਾਲ ਮੁਲਾਕਾਤ ਹੋਵੇ, ਬੰਦਾ ਬੁਲਾਉਂਦਾ ਨਹੀਂ। ਟ੍ਰੇਨ 'ਚ ਬੈਠੇ ਆ, ਕਿਸੇ ਅੱਡੇ ਤੇ ਬੈਠੇ ਆ, ਕਿਸੇ ਵੀ ਥਾਂ ਤੇ ਬੈਠੇ ਆ, ਇਕੱਠ ਦੇ ਵਿੱਚ ਬੈਠੇ ਆ, ਪਰ ਬੰਦਾ ਇੱਕ ਵਾਰੀ ਬੰਦੇ ਨੂੰ ਮਿਲ ਕੇ ਅੱਖਾਂ ਨਾਲ ਅੱਖਾਂ ਦੀ ਅਟੈਚਮੈਂਟ ਕਰਕੇ ਇੰਨਾ ਕੁ ਪਿਆਰਾ ਬਣ ਜਾਂਦਾ ਵੀ ਕਾਫੀ ਟਾਈਮ ਤੱਕ, ਕਾਫੀ ਹੱਦ ਤੱਕ ਨਾ ਬੋਲਣ ਕਰਕੇ ਉਦੋਂ ਬਾਅਦ ਵੀ ਪਿਆਰ ਬਣਿਆ ਜਾਂਦਾ ਵੀ ਮੈਨੂੰ ਫਲਾਣੇ ਥਾਂ ਤੇ ਫਲਾਣਾ ਵਿਅਕਤੀ ਟੱਕਰਿਆ ਸੀ। ਪਰ ਉੱਥੇ ਉਹ ਮਿਲਣੀ ਦਾ ਕਾਰਨ ਕੀ ਹੁੰਦਾ ਵੀ ਜੇ ਆਪਾਂ ਉਸ ਵਿਅਕਤੀ ਨਾਲ ਮੁਲਾਕਾਤ ਤਾਂ ਕੀਤੀ ਨਹੀਂ, ਪਰ ਜੇ ਆਪਾਂ ਉਹਦੇ ਨਾਲ ਬੋਲਚਾਲ ਕਰੀਏ ਤਾਂ ਸੱਚਾਈ ਆ ਵੀ ਉਹਦੇ ਵਿਚਾਰ ਤੇ ਸਾਡੇ ਵਿਚਾਰ ਜ਼ਰੂਰ ਆਪਸ ਵਿੱਚ ਮਿਲਣਗੇ। ਕੁਦਰਤੀ ਗੱਲ ਆ ਇਹ।
ਤੇ ਜਿਹਦੇ ਨਾਲ ਵਿਚਾਰ ਨਹੀਂ ਮਿਲਦੇ ਉਹਦੇ ਨਾਲ ਭਾਵੇਂ ਉੱਪਰੋਂ ਉੱਪਰ ਜਿੰਨਾ ਮਰਜ਼ੀ ਚਾਹ ਪਾਣੀ ਦੀ ਸਾਂਝ ਕਰੀ ਚੱਲੀਏ, ਦੇਣ ਲੈਣ ਦੀ ਸਾਂਝ ਕਰੀ ਚੱਲੀਏ, ਫਿਰ ਵੀ ਪਿਆਰ ਨਹੀਂ ਬਣਦਾ। ਪਰ ਇੱਕ ਉਹ ਵਿਅਕਤੀ ਹੈ ਜਿਹਨੂੰ ਕਦੇ ਮਿਲੇ ਨਹੀਂ, ਨਾ ਮਿਲਣ ਕਰਕੇ ਪਹਿਲੀ ਵਾਰ ਫਸਟ ਟਾਈਮ ਤੇ ਮਿਲਣ ਤੋਂ ਬਾਅਦ ਦਿਲ ਦੀਆਂ ਤਰੰਗਾਂ ਜੁੜ ਜਾਂਦੀਆਂ ਨੇ। ਤੇ ਬਾਬੇ ਨਾਨਕ ਦੀਆਂ ਨਾ ਦਿਲ ਦੀਆਂ ਤਰੰਗਾਂ, ਰੂਹ ਦੀਆਂ ਤਰੰਗਾਂ, ਸੁਰਤ ਦੀਆਂ ਤਰੰਗਾਂ ਇਹ ਜੁੜੀਆਂ ਨੇਗੀਆਂ ਤਲਵੰਡੀ ਦੀ ਧਰਤੀ ਤੋਂ ਬਨਾਰਸ ਦੀ ਧਰਤੀ ਤੇ ਰਹਿਣ ਵਾਲੇ ਭਗਤ ਕਬੀਰ ਸਾਹਿਬ ਤੇ ਭਗਤ ਰਵਿਦਾਸ ਜੀ ਨਾਲ। ਤਾਈਂ ਉੱਥੇ ਗਏ ਨੇ, ਮੈਂ ਤਾਂ ਆਹ ਕੰਮ ਕਰਨ ਆਇਆ ਗਾ। ਬੜਾ ਪਿਆਰ ਕੀਤਾ ਤੇ ਭਗਤ ਰਵਿਦਾਸ ਜੀ ਦੀ ਬਾਣੀ ਇਕੱਤਰ ਕੀਤੀ। ਉੱਥੇ ਬੈਠ ਕੇ ਵੀ ਗੁਰੂ ਨਾਨਕ ਪਾਤਸ਼ਾਹ ਨੇ ਬਾਣੀ ਲਿਖੀ। ਚਲੋ ਕਿਸੇ ਨੇ ਮੰਨਿਆ ਵੀ ਗੁਰੂ ਨਾਨਕ ਸਾਹਿਬ 3 ਦਿਨ ਇੱਥੇ ਰਹੇ, ਕਿਸੇ ਲਿਖਾਰੀ ਨੇ ਲਿਖਿਆ 5 ਦਿਨ ਰਵੇ ਤੇ ਕਿਸੇ ਨੇ ਲਿਖਿਆ ਗਾ 7 ਦਿਨ ਰਹੇ। ਚਲੋ ਅਸੀਂ ਉਸ ਮਤਲਬ ਵੱਲ ਨਹੀਂ ਜਾਣਾ ਵੀ 5 ਦਿਨ ਰਹੇ ਜਾਂ 7 ਦਿਨ ਰਹੇ, ਕਿੰਨੇ ਦਿਨ ਹੀ ਰਹੇ, ਪਰ ਪਾਤਸ਼ਾਹ ਨੇ ਇੱਥੇ ਰਹਿ ਕੇ ਸੱਚ ਦੀ ਆਵਾਜ਼ ਦਿੱਤੀ, ਸੱਚ ਦੀ ਵਾਂਗ ਦਿੱਤੀ। ਅਨੇਕਾਂ ਲੋਕਾਂ ਨੂੰ ਸਿੱਧੇ ਰਸਤੇ ਤੇ ਪਾਇਆ। ਜਿਹੜੇ ਖੂਹਾਂ ਵਿੱਚ ਆਪਣੇ ਆਪ ਨੂੰ ਚਰਵਾ ਕੇ ਮਰ ਰਹੇ ਸੀ ਉਹਨਾਂ ਨੂੰ ਮਰਨ ਤੋਂ ਬਚਾਇਆ। ਜਾਣੀ ਕਿ ਬਾਬੇ ਨਾਨਕ ਨੇ ਲੋਕਾਂ ਨੂੰ ਜ਼ਿੰਦਗੀ ਦਿੱਤੀ, ਲੋਕਾਂ ਨੂੰ ਜ਼ਿੰਦਗੀ ਦਿੱਤੀ ਆ। ਤੇ ਜਿਹੜੀ ਚੀਜ਼ ਜ਼ਿੰਦਗੀ ਦਿੰਦੀ ਆ ਨਾ ਤੇ ਉਹ ਸਾਡੇ ਲਈ ਉੱਤਮ ਹੁੰਦੀ ਆ। ਅੱਗੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਬਨਾਰਸ ਤੋਂ ਫਿਰ ਪੜਾ ਆਪਣਾ ਕਰਦੇ ਨੇ ਜਗਨਨਾਥਪੁਰੀ। ਤੇ ਆਪਾਂ ਅੱਜ ਵੀ ਜਾਣਦੇ ਆ ਇਹ ਸਾਰੀਆਂ ਥਾਵਾਂ ਤੇ ਭਾਵੇਂ ਨਹੀਂ ਗਏ ਪਰ ਪੜ੍ਹਦੇ ਸੁਣਦੇ ਆਪਾਂ ਜ਼ਰੂਰ ਆ। ਹੁਣ ਜਗਨਨਾਥ ਦੇ ਪੁਰੀ ਵਿੱਚ ਕੀ ਕੁਛ ਹੋ ਰਿਹਾ ਸੀ। ਪੱਥਰ ਦੀ ਬਹੁਤ ਵੱਡੀ ਮੂਰਤੀ ਬਣਾਈ ਹੋਈ ਆ ਤੇ ਉਸ ਮੂਰਤੀ ਦੀ ਵੱਡੇ ਪੱਧਰ ਤੇ ਪੂਜਾ ਕੀਤੀ ਜਾਂਦੀ ਆ ਰੱਜ ਕੇ। ਇੱਕ ਗੱਲ ਹੋਰ ਦੇਖਿਓ, ਬਾਬਾ ਨਾਨਕ ਕਿੱਡਾ ਦਲੇਰ ਸੀ। ਵੈਸੇ ਤਾਂ ਤੁਸੀਂ ਸਾਰੇ ਸਮਝਦੇ ਹੋ ਇਸ ਗੱਲ ਨੂੰ। ਜਿੱਥੇ ਜਾ ਕੇ ਨਾ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਹੋਕਾ ਦਿੱਤਾ, ਜਿੱਥੇ ਜਾ ਕੇ, ਚੇਤੇ ਰੱਖਿਓ, ਅਸੀਂ ਉਸ ਸ਼ਹਿਰ ਦੇ ਵਿੱਚ ਜਾ ਕੇ ਵੀ ਸੱਚ ਦੀ ਗੱਲ ਕਹਿਣ ਨੂੰ ਤਿਆਰ ਨਹੀਂ। ਬਿਰਲਿਆਂ ਨੂੰ ਛੱਡ ਦਿਓ। ਅਸੀਂ ਤਾਂ ਨਾ ਗੁਰੂ ਨਾਨਕ ਸਾਹਿਬ ਦੀ ਆ ਜਿੱਥੇ ਬੈਠੇ ਆਪਾਂ ਇੱਥੇ ਬੁੱਕਲ 'ਚ ਬੈਠ ਕੇ ਵੀ ਸੱਚੀ ਗੱਲ ਕਹਿਣ ਨੂੰ ਤਿਆਰ ਨਹੀਂ। ਅੱਜ ਮਤਲਬ ਕਹਿੰਦੇ ਲੜਾਈ ਹੋ ਜੂ, ਉਹ ਚੜ ਕੇ ਆ ਜਾਣਗੇ, ਉਹ ਮਾਰ ਦੇਣਗੇ, ਕੁੱਟ ਦੇਣਗੇ, ਕੇਸ ਪਵਾ ਦੇਣਗੇ। ਪਰ ਦੇਖੋ ਸੱਚ ਦੀ ਗੱਲ ਕਰਨ ਦੇ ਨਾਲ ਅੱਜ ਸਾਡੀ ਧਰਤੀ ਤੇ ਕੇਸ ਪੈਂਦੇ ਨੇ, ਵਿਵਾਦ ਖੜੇ ਹੁੰਦੇ ਨੇਗੇ। ਪਰ ਧੰਨਾ ਬਾਬਾ ਨਾਨਕਾ, ਐਵੇਂ ਨਹੀਂ ਤੈਨੂੰ ਪੰਜਵੇਂ ਪਾਤਸ਼ਾਹ ਨੇ ਕਿਹਾ ਸਭ ਤੇ ਵੱਡਾ ਸਤਿਗੁਰੂ ਨਾਨਕ, ਐਵੇਂ ਥੋੜੀ ਕਿਹਾਗਾ। ਤੇਰੇ 'ਚ ਵੱਡਿਆਂ ਵਾਲੇ ਗੁਣ ਸੀ। ਜਿੱਥੇ ਜਗਨਨਾਥਪੁਰੀ ਹਿੰਦੂਆਂ ਦਾ ਮੇਨ ਅੱਡਾ, ਹਿੰਦੂ ਪਰਿਵਾਰਾਂ ਦਾ ਨਾ, ਦੇਖੋ ਸਾਡੇ ਭਰਾ ਨੇ, ਸਾਡੇ ਮਾਲਕ ਬਖਸ਼ਿਸ਼ ਕਰੇ ਵੀ ਉਹਨਾਂ ਦੇ ਨਾਲ ਵਿਚਾਰ ਮਿਲਣ, ਪਰ ਇਹ ਨਹੀਂ ਵੀ ਅਸੀਂ ਉਹਨਾਂ ਵਰਗੇ ਬਣਨਾ, ਉਹ ਸਾਡੇ ਵਰਗੇ ਬਣ ਸਕਦੇ ਨੇ, ਇਹ ਆਫਰ ਹੈਗਾ। ਪਰ ਵਾਹਿਗੁਰੂ ਭਲਾ ਕਰੇ, ਉੱਥੇ ਜਾ ਕੇ ਗੁਰੂ ਨਾਨਕ ਸਾਹਿਬ ਨੇ ਸੱਚ ਦਾ ਹੋਕਾ ਦਿੱਤਾ। ਕੀ ਹੁਣ ਗੁਰੂ ਨਾਨਕ ਸਾਹਿਬ ਜਗਨਨਾਥਪੁਰੀ ਵਿੱਚ ਪਹੁੰਚਦੇ ਨੇ। ਬਹੁਤ ਵੱਡੀ ਕ੍ਰਿਸ਼ਨ ਦੀ, ਜਿਹਨੂੰ ਆਪਾਂ ਕ੍ਰਿਸ਼ਨ ਭਗਵਾਨ ਕਹਿੰਦੇ ਆ। ਇੱਕ ਤਾਂ ਸਾਡੇ ਸਤਿਗੁਰ ਨੇ ਜਿਨ੍ਹਾਂ ਦਾ ਨਾਮ ਧੰਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆ, ਜਿਨ੍ਹਾਂ ਦਾ ਨਾਮ ਹਰਿਕ੍ਰਿਸ਼ਨ ਸਾਹਿਬ, ਇੱਕ ਕੱਲਾ ਕ੍ਰਿਸ਼ਨ ਆ। ਤੇ ਨਾਵਾਂ ਦੇ ਚੱਕਰ 'ਚ ਪੈ ਕੇ ਨਾ ਕਦੇ ਆਪਾਂ ਨੂੰ ਪਤਾ ਪੰਡਤ ਲਾਲ ਚੰਦ ਦੇ ਅੰਦਰ ਵੀ ਈਰਖਾ ਪੈਦਾ ਹੋ ਗਈ ਸੀ 8ਵੇਂ ਪਾਤਸ਼ਾਹ ਦੇ ਨਾਲ ਵੀ ਲੈ ਇਹ ਹਰਿਕ੍ਰਿਸ਼ਨ ਸਾਡਾ ਕ੍ਰਿਸ਼ਨ, ਇਹ ਆਪਦੇ ਨਾਮ ਮੂਹਰੇ ਹਰ ਲਿਖਾਈ ਫਿਰਦਾਗਾ, ਭਲਾ ਇਹ ਕਿਵੇਂ ਹੋ ਸਕਦਾ। ਫਿਰ ਉਹਨੇ ਬਾਅਦ ਵਿੱਚ ਚਰਚਾ ਵੀ ਕੀਤੀ ਸੀ, ਉਹ ਚਲੋ ਅਲੱਗ ਵਿਸ਼ਾ ਹੈਗਾ, ਭਾਵ ਉਹਨੂੰ ਜੈਲਸੀ ਅੰਦਰੋਂ ਹੋ ਗਈ ਸੀਗੀ। ਪਰ ਇੱਥੇ ਕ੍ਰਿਸ਼ਨ ਭਗਵਾਨ ਦੀ ਬਹੁਤ ਵੱਡੀ ਇੱਕ ਮੂਰਤੀ ਬਣਾਈ ਆ ਤੇ ਇੱਥੇ ਆਰਤੀ ਉਤਾਰੀ ਜਾਂਦੀ ਆ। ਸਭ ਤੋਂ ਵੱਡੀ ਆਰਤੀ ਉਤਾਰੀ ਜਾਂਦੀ ਆ। ਕਿਸੇ ਵੱਡੇ ਸਾਰੇ ਭਾਂਡੇ ਵਿੱਚ ਦੀਵੇ ਰੱਖ ਕੇ ਨਾ, ਦੇਸੀ ਘਿਓ ਦੇ ਦੀਵੇ ਬਾਲ ਕੇ, ਤੇ ਉਹ ਦੀਵਿਆਂ ਨੂੰ ਉਸ ਮੂਰਤੀ ਦੇ ਮੁਖ ਅੱਗੇ ਘੁਮਾਇਆ ਜਾਂਦਾ।
फिर एक दो गेड़े ढिड उत्तों दी लाई जांदे ने, जिहड़ी मूर्ति दा पेट आ, फिर एक गेड़ा पैरां उप्पर दे भी दित्ता जांदा गा। मतलब इदां ओह 5-7 चक्कर आपदे मनौत मुताबक लाउंदे ने। फिर इहनूं की मन लैंदे ने भी असीं रब दी आरती करती। जगन्नाथपुरी, जगन दा अर्थ आ रब, नाथ दा अर्थ हुंदा मालक। जिन्हों आपां मालक दी भाव बाणी मुताबक जगत दा नाथ भी कह सकते हैं, भी वो मनते हैं भी असीं रब दी आरती करते हैं, जगन दी आरती करते हैं, जिहड़ा जगत दा मालक आ। जगदीशर भी बाणी विच बहुत वारी लिखिआ ते सतगुरु पातशाह ने इत्थे जाके सच दा होका दिता, किस रूप दे विच दिता गा, ते पातशाह जाके रुक गए। पुछ-गिछ कीती कौन आ, किवें आए ने, रबाब पकड़ी हुई आ, हथ विच सोटी भी आ, एक किताब भी चक्की हुई आ। किताब दसदी आ कोई विद्वान आ, रबाब दसदी आ कोई चंगा कीर्तनिया, चंगा कोई संगीत दा धनी आ, ते डांग दसदी आ भी बंदा डरन वाला भी है नहीं। कुदरती निजम आ ना, बंदे दे हथ विच जो चीज पकड़ी हुई आ वो कोई ना कोई उपदेश दे रही आ। ते इत्थे ना डांग हथ च लेके तुसीं मत्था टेकण आओ जां पिंड च गेड़ा कड्डो ते लोकां ने की सोचना, बंदा भैड़ा। डांग चक्की फिरदा ना, किरपान चक्की फिरदा, बंदा भैड़ा। हुण उन्हां ने अंदाजा लाया भी हथ च किताब आ, भाव विद्वान आ, हथ च डांग आ, लड़ाका भी लगदा, ते एक हथ च रबाब भी आ, चंगा संगीत दा धनी भी लगदा। पुछ-गिछ कीती कौन, ये कहंदे ओ नानक आ, जिहदा प्रचार तां आटोमैटिक ही फैल गया सी ना, मिट्टी धुंध जग चानण होआ, जगत दे विच चानण तां हो ही गया सी। ये तां ओ नानक आ जिहड़ा तलवंडी तो चढ़िया सोधण धरत लुकाई। अच्छा तू नानक आ, हाँ असीं तेरे बारे बहुत कुछ सुनिया, उथों दे पंडित आ गए, तेरे बारे बहुत कुछ सुनिया, पर धन आ बाबा नानका, बार बार धन 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 कहण नूं जी करदा। सच्चे पातशाह तेरे असीं रोम वर्गे भी नहीं बन सकदे। अज ना साडे बाबिਆਂ ने बाबा नानक जी तैनू ना केवल ते केवल नॉर्मल जा बना के रखता, बिंगी टेढ़ी जी फोटो, टेढ़ा जा परना, हथ च माला, सिर ते माला, गल च माला, मूहरे मेजड़ा के तेरी फोटो अगे बाबा नानका साडे लोकां ने सेव के लिए भी रखते। तैनू ना बिल्कुल आम जा बना के रखता ते कहंदे असीं की आ, असीं बाबे नानक दे सिख हां। आ सिख हुंदे ने जिन्हां ने बाबे नानक दी कदर ही नहीं कीती गई। अपने करके ना सानू जगाउण दे लई बाबा नानक जगन्नाथपुरी लड़ी जांदा गा। हालांकि एक लोकां दी रीत आ भी एक धर्म दा दूजे धर्म दे धार्मिक अस्थान ते जाऊगा तां छित्तर खा के आऊगा, रीत आ इह। मुसलमान मसीत वाहिगुरू मंदिर च नहीं जांदा ते मंदिर वाले मसीत च नहीं जांदे गे। वंडे वे लोकां दियां, देखो इट्टां उही आ, सीमेंट उही आ, कारीगर उही आ, इट्टां टेढ़ियां बिंगियां लाउण दे नाल एक मंदिर बन गया, एक बन गई मसीत, ते लोकां दी लड़ाई खड़ी हो गई, मेरी मसीत च ना बनी, वो कहंदा मेरे मंदिर च ना बनी। पर धन आ बाबा नानका तू सब थाई गया, सारे थाई गया ना। हुण पातशाह नूं कहंदे ने भी तेरे बारे असीं सुणिया, की सुणिया भी तू बड़ा धनी आ, कलावान आ तू, बड़ा ज्ञानवान आ तू, तेरे अंदर किसे दे परथाए कोई मतभेद भी नहीं। बाबा नानक कहंदा तुसीं जो कह रहे हो सच आ, मतभेद जानी कि तुसीं नहीं मानदे कोई जात पात नूं। गुरु नानक साहब कहंदे बिल्कुल मैं तां मनदा ही नहीं, सब दा खून एक आ, सवास एक ने सब दे, ते मनना भी नहीं चाहीदा। वाहिगुरू भला करी। ते पातशाह तेरे बारे असीं सुणियागा भी तू एक दिन ना मसीत विच खड़ के एक नारा लाया सी। किहड़ा नारा लाया सी? ना हम हिंदू ना मुसलमान,
ਇਹ ਨਾਰਾ ਲਾਇਆ ਸੀ ਨਾ। ਤੇ ਤੁਸੀਂ ਅਸੀਂ ਸੁਣਿਆ ਸੁਲਤਾਨਪੁਰ ਦੀ ਧਰਤੀ, ਇਹ ਪੁਜਾਰੀ ਗੱਲਾਂ ਕਰ ਰਹੇ ਨੇ, ਬਾਬੇ ਨਾਨਕ ਨੂੰ ਟਾਈਮ ਨਹੀਂ ਮਿਲਿਆ ਗੱਲਾਂ ਕਰਨ ਦਾ, ਪਹਿਲਾਂ ਬਾਬਾ ਨਾਨਕ ਉਹਨਾਂ ਦੀਆਂ ਸੁਣ ਰਿਹਾ ਗਾ। ਤੇ ਤੁਸੀਂ ਸੁਲਤਾਨਪੁਰ ਦੀ ਧਰਤੀ ਤੇ ਨਾ ਮਸੀਤ ਵਿੱਚ ਜਾ ਕੇ ਨਵਾਜ਼ ਅਦਾ ਕੀਤੀ ਸੀ। ਬਾਬਾ ਨਾਨਕ ਕਹਿੰਦਾ ਬਿਲਕੁਲ ਕੀਤੀ ਆ, ਮੈਂ ਤਾਂ ਮਾੜਾ ਕਹਿੰਦੀ ਨਹੀਂ ਨਵਾਜ਼ ਨੂੰ, ਮੈਂ ਤਾਂ ਨਵਾਜ਼ ਖੁਦ ਪੜ੍ਹੀ ਆ। ਤੇ ਖੁਦ ਪੜ੍ਹ ਕੇ ਉਹਨਾਂ ਨੂੰ ਪੜ੍ਹਨ ਦਾ ਤਰੀਕਾ ਵੀ ਦੱਸਿਆ ਵੀ ਨਵਾਜ਼ ਕਿਵੇਂ ਅਦਾ ਕਰੀਦੀ ਆ, ਇਹ ਵੀ ਦੱਸਿਆ। ਅੱਛਾ, ਤੇਰੇ ਅੰਦਰ ਕੋਈ ਸ਼ੰਕਾ ਨਹੀਂ, ਜਾਣੀ ਕਿ ਤੂੰ ਮੁਸਲਮਾਨੀ ਪਹਿਰਾਵੇ ਦੇ ਮੁਤਾਬਕ, ਮੁਸਲਮਾਨੀ ਰੀਤ ਦੇ ਮੁਤਾਬਕ, ਮੁਸਲਮਾਨੀ ਨਿਯਮ ਦੇ ਮੁਤਾਬਕ ਨਵਾਜੀ ਆ। ਉਹ ਕਹਿੰਦਾ ਬਿਲਕੁਲ, ਜੇ ਤੂੰ ਇਹ ਭਾਵਨਾ ਰੱਖਦਾ ਨਾ ਵੀ ਮਸੀਤ ਵਿੱਚ ਜਾ ਕੇ ਨਵਾਜ਼ ਪੜ੍ਹ ਸਕਦਾ, ਫਿਰ ਸਾਡੀ ਵੀ ਬੇਨਤੀ ਆ। ਜਗਨਨਾਥਪੁਰੀ ਦੇ ਪੁਜਾਰੀ ਕਹਿੰਦੇ ਨਾ, ਉਹ ਥਾਲ ਘਮਾਉਣ ਵਾਲੇ ਪੁਜਾਰੀ ਕਹਿੰਦੇ ਸਾਡੀ ਵੀ ਇੱਕ ਬੇਨਤੀ ਆ, ਫਿਰ ਤੂੰ ਸਾਡੇ ਨਾਲ ਵੀ ਆਰਤੀ ਕਰ, ਸਾਡੇ ਨਾਲ ਆਰਤੀ ਕਰ। ਤੇ ਹੁਣ ਇੱਥੇ ਨਾ ਮੈਂ ਕਦੇ ਕਦੇ ਸੋਚਦਾ ਹੁੰਨਾਗਾ, ਵਾਹਿਗੁਰੂ ਭਲਾ ਕਰੇ, ਆਮ ਸੰਗਤ ਵਾਸਤੇ ਤਾਂ ਗੱਲ ਹੈ ਹੀ ਹੈ, ਤੇ ਜਿਹਨੂੰ ਆਪਾਂ ਨਾ ਬ੍ਰੈਕਟ ਦੇ ਵਿੱਚ ਗੱਲ ਐਡ ਕਰ ਲੈਂਦੇ ਹੁੰਦੇ ਕਈ ਵਾਰ, ਜਿਹੜੀ ਚੋਣਵੀਂ ਗੱਲ ਹੋਵੇ, ਚੋਣਵੀਂ ਗੱਲ, ਉਹਨੂੰ ਆਪਾਂ ਬ੍ਰੈਕਟ 'ਚ ਐਡ ਕਰ ਲੈਂਦੇ ਹੁੰਦੇ। ਦਾ ਮਤਲਬ ਹੁੰਦਾ ਵੀ ਅਸੀਂ ਇਹ ਤੇ ਦੁਬਾਰੇ ਘੋਖ ਕਰਾਂਗੇ, ਵਿਚਾਰ ਕਰਾਂਗੇ, ਦੁਬਾਰੇ ਤੇ ਧਿਆਨ ਦੇਵਾਂਗੇ। ਸਰਕਲ ਭਾਲਿਆ ਨਾ, ਉਹਨੂੰ ਇੱਕ ਬਾਕਸ ਵਿੱਚ ਬੰਦ ਕਰ ਦਿੱਤਾ ਵੀ ਇਹਨੂੰ ਮੈਂ ਦੁਬਾਰਾ ਧਿਆਨ ਨਾਲ ਪੜੂੰਗਾ, ਵਿਚਾਰੂੰਗਾ, ਦੇਖੂੰਗਾ, ਸੋਚੂੰਗਾ, 100 ਵਾਰੀ ਸੋਚੂੰਗਾ, ਫਿਰ ਅਗਲਾ ਸਟੈਪ ਚੱਕੂੰਗਾ। ਹੁਣ ਜਿਹੜੀ ਗੱਲ ਇੱਥੇ ਬਾਬੇ ਨਾਨਕ ਨੇ ਕਹੀ ਆ ਤੇ ਕੀਤੀ ਆ, ਕਰਕੇ ਵਿਖਾਈ ਆ, ਇਸ ਗੱਲ ਤੇ ਸਾਡੇ ਗ੍ਰੰਥੀਆਂ ਨੂੰ ਸਰਕਲ ਲਾ ਲੈਣਾ ਚਾਹੀਦਾ। ਦੇਖੋ, ਸਾਡੇ ਬਾਬਿਆਂ ਨੂੰ, ਬਿਰਲਿਆਂ ਨੂੰ ਛੱਡ ਕੇ ਸਰਕਲ ਲਾ ਲੈਣਾ ਚਾਹੀਦਾ, ਬ੍ਰੈਕਟ ਦੇ ਵਿੱਚ ਕਰ ਲੈਣਾ ਚਾਹੀਦਾ ਇਸ ਗੱਲ ਨੂੰ ਐਡ। ਬਾਬਾ ਨਾਨਕ ਕਹਿੰਦਾ ਮੈਂ ਆਰਤੀ ਕਰੂੰਗਾ, ਆ ਤਾਂ ਗੱਲ ਮੰਨ ਲਈ। ਤੇ ਸਾਡੇ ਬਾਬਿਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਥਾਲ 'ਚ ਦੀਵੇ ਧਰ ਕੇ ਘਮਾਉਣੇ ਸ਼ੁਰੂ ਕੀਤੇ ਹੋਏ ਨੇ, ਟੇਰਨਵੀਟੀ ਬਣਾਈ ਹੋਈ ਅੱਜ, ਤੇ ਸਾਡਾ ਸਹਿਯੋਗ ਹੁੰਦਾ ਨਾਲ। ਅਸੀਂ ਖਿਲਾਫਤਾ ਕੀ ਬੋਲਣਾ ਵੀ ਤੁਸੀਂ ਕੀ ਟਕਵੰਜ ਕੀਤਾਗਾ, ਸਹਿਮਤੀ ਹੁੰਦੀ ਹੈ, ਸਹਿਮਤੀ। ਤੇ ਅਸੀਂ ਕੀ ਕਹਿੰਦੇ ਆ, ਇਹ ਤਾਂ ਖੰਡ ਪਾਠ ਹੀ ਬੜਾ ਵਧੀਆ ਕਰਦੇ ਨੇ, ਕਰਾਓ ਭਾਈ ਜੀ, ਸਦਕੇ ਕਰਾਓ। ਪਰ ਅਸੀਂ ਤਾਂ ਇਹ ਅਰਦਾਸ ਕਰਾਂਗੇ, ਇਹੋ ਜਿਹੇ ਅਖੰਡ ਪਾਠਾਂ ਤੋਂ ਵਾਹਿਗੁਰੂ ਬਚਾਵੇ, ਆਪਾਂ ਅਰਦਾਸ ਹੀ ਕਰਨੀ ਆ। ਪਰ ਇੱਕ ਕਹਿੰਦਾ ਤਾਂ ਨਜ਼ਾਰਾ ਲਿਆ ਤਾਂ ਬੜਾ ਵਧੀਆ, ਬਾਣੀ ਦਾ ਇੱਕ ਅੱਖਰ ਨਹੀਂ ਸੁਣਿਆ, ਗੁਰੂ ਗ੍ਰੰਥ ਸਾਹਿਬ ਬਾਰੇ ਨੌਲੇਜ ਕੋਈ ਨਹੀਂ, ਉੱਪਰੋਂ ਢੰਗ ਵੰਗ ਦੇਖ ਕੇ ਕਹਿੰਦੇ ਅਖੰਡ ਪਾਠ ਹੀ ਬੜਾ ਨਜ਼ਾਰੇ ਵਾਲਾ ਕੀਤਾ। ਸੋਚੋ ਸਾਡੀ ਮਾਨਸਿਕਤਾ ਕਿੱਥੇ ਹੁੱਕੀ ਹੋਈ ਆ, ਕਿੱਥੇ ਜੇ ਖੜੇ ਆ ਅਸੀਂ। ਇਹ ਗੱਲ ਤਾਂ ਐਡ ਕਰ ਲਈ, ਜਿਹੜੀ ਗੱਲ ਨਾ ਬਾਬੇ ਨੇ ਕਹੀ ਮੈਂ ਆਰਤੀ ਕਰੂੰਗਾ, ਇਹ ਤਾਂ ਬਾਬੇ ਜਵਾਬ ਬੜਾ ਭੈੜਾ ਘੜ ਕੇ ਰੱਖਦੇ ਨੇ। ਕਹਿੰਦੇ ਲਿਖਿਆ ਜਗਨਨਾਥਪੁਰੀ 'ਚ ਬਾਬੇ ਨਾਨਕ ਨੇ ਆਰਤੀ ਕੀਤੀ, ਪਰ ਇਹਨਾਂ ਤਾਂ ਪੜ੍ਹ ਲਿਆ ਨਾ। ਅਗਲਾ ਸਵਾਲ ਕੀ ਆ, ਕਿਹੜੀ ਕੀਤੀ? ਹੁਣ ਬਾਬੇ ਨਾਨਕ ਨੇ ਨਵਾਜ਼ ਪੜ੍ਹੀ, ਪਰ ਆਪਣੇ ਸਿੱਖਾਂ 'ਚ ਤਾਂ ਨਵਾਜ਼ ਕੋਈ ਵੀ ਨਹੀਂ ਪੜ੍ਹਦਾ, ਪਰ ਪੜ੍ਹੀ ਕਿਵੇਂ, ਤੇ ਉਹ ਸਾਨੂੰ ਸਮਝਾਇਆ ਵੀ ਕਿਵੇਂ ਪੜ੍ਹਨੀ ਆ। 5 ਨਵਾਜ਼ਾਂ ਵਕਤ 5 ਪੰਜਾ ਪੰਜੇ 9, ਪਾਤਸ਼ਾਹ ਨੇ ਪੂਰਾ ਡਿਟੇਲ ਦੇ ਵਿੱਚ ਸਮਝਾਤਾ ਵੀ ਕਿਵੇਂ ਕਿਵੇਂ ਪੜ੍ਹਨੀ ਹੈ। ਤੈਂ ਇਵੇਂ ਜਿਵੇਂ ਬਾਬਾ ਨਾਨਕ ਕਹਿੰਦਾ ਮੈਂ ਤੁਹਾਡੇ ਨਾਲ ਆਰਤੀ ਕਰੂੰਗਾ। ਹੁਣ ਜਿਹੜੇ ਬੰਦੇ ਦੇ ਮੁਤਾਬਕ ਨਵਾਂ ਬੰਦਾ ਉੱਥੇ ਗਿਆ ਹੋਇਆ, ਉਹਨਾਂ ਦੀ ਗੱਲ ਮੰਨ ਲਈ ਬਾਬੇ ਨਾਨਕ ਨੇ, ਪਹਿਲਾਂ ਉਹਨਾਂ ਦੀ ਗੱਲ ਮੰਨ ਲਈ, ਉਹ ਖੁਸ਼ ਹੋ ਗਏ, ਬਹੁਤ ਖੁਸ਼ ਹੋਏ। ਹੋ ਸਕਦਾ ਜੇ ਬਾਬਾ ਨਾਨਕ ਪਹਿਲਾਂ ਆਪ ਦੀ ਗੱਲ ਉਹਨਾਂ ਨੂੰ ਮਨਵਾਉਂਦਾ ਤੇ ਉਹ ਬਾਬੇ ਨਾਨਕ ਨੂੰ ਪਿਛਾਂਹ ਮੋੜ ਦਿੰਦੇ, ਪਰ ਬਾਬੇ ਨਾਨਕ ਨੇ ਉਹਨਾਂ ਦੀ ਗੱਲ ਮੰਨ ਲਈ, ਮੈਂ ਤੁਹਾਡੀ ਆਰਤੀ ਕਰੂੰਗਾ। ਕਹਿੰਦੇ ਚੱਲ ਫਿਰ ਕਰੀਏ ਸ਼ੁਰੂ। ਬਾਬਾ ਨਾਨਕ ਕਹਿੰਦਾ ਚਲੋ। ਹੁਣ ਪੁਜਾਰੀਆਂ ਨੇ ਆਰਤੀ ਸ਼ੁਰੂ ਕਰ ਲਈ, ਚੱਲ ਰਿਹਾ ਕੰਮ ਸਾਰਾ। ਕ੍ਰਿਸ਼ਨ ਭਗਵਾਨ ਦੀ ਫੋਟੋ, ਸਭ ਤੋਂ ਵੱਡੀ ਜਗਨਨਾਥਪੁਰੀ ਦੇ ਵਿੱਚ, ਪੂਰੇ ਇੰਡੀਆ 'ਚ ਵਿੱਚ ਆਪਾਂ ਕਹਿ ਸਕਦੇ ਹਾਂ ਸਭ ਤੋਂ ਵੱਡੀ ਫੋਟੋ ਜਿਹੜੀ ਕ੍ਰਿਸ਼ਨ ਭਗਵਾਨ ਦੀ ਉੱਥੇ ਬਣੀ ਹੋਈ ਆ। ਤੇ ਆਪਣੀ ਆਰਤੀ ਕੀਤੀ ਤੇ ਬਾਬਾ ਨਾਨਕ ਇੱਕ ਸਾਈਡ ਤੇ ਖੜਾ ਰਿਹਾ। ਹੁਣ ਇੱਥੇ ਫੇਰ ਗੱਲ ਪੂਰੇ ਧਿਆਨ ਦੇ ਨਾਲ ਸੁਣਿਓ। ਆਰਤੀ ਕਰਕੇ ਜਦੋਂ ਹਟ ਗਏ, ਹੁਣ ਉਹਨਾਂ ਦਾ ਧਿਆਨ ਤਾਂ ਆਪ ਦੇ ਕੰਮ 'ਚ ਸੀਗਾ, ਨਾਲ ਦਿਆਂ ਨੇ ਦੱਸਤਾ ਤੁਸੀਂ ਮੱਥਾ ਮਾਰੀ ਜਾਂਦੇ ਹੋ, ਸੋਨੂੰ ਪਹਿਲਾਂ ਉਹਨੇ ਕਿਹਾ ਮੈਂ ਤੁਹਾਡੇ ਨਾਲ ਆਰਤੀ ਕਰੂੰਗਾ, ਉਹ ਤਾਂ ਉਹ ਖੜਾ ਪਿੱਛੇ, ਉਹ ਖੜਾ, ਆਹੀ ਭਾਸ਼ਾ 'ਚ ਬੋਲਣਾ ਨਾ, ਉਹ ਖੜਾ ਗਾ।
ਤੇ ਪੁਜਾਰੀ ਕਹਿੰਦੇ ਵੀ ਕੀ ਗੱਲ, ਤੁਸੀਂ ਸਾਡੇ ਨਾਲ ਆਰਤੀ ਨਹੀਂ ਕੀਤੀ। ਤੇ ਹੁਣ ਬਾਬਾ ਨਾਨਕ ਕੀ ਕਹਿੰਦਾ, ਬਾਬਾ ਨਾਨਕ ਕਹਿੰਦਾ ਮੈਂ ਤਾਂ ਸੋਨੂੰ ਡਿੱਕੀ ਜਾਂਦਾ ਵੀ ਤੁਸੀਂ ਮੇਰੇ ਨਾਲ ਆਰਤੀ ਕਰੋਗੇ। ਮੈਂ ਤਾਂ ਆਪ ਖੁਦ ਆਰਤੀ ਕਰੀ ਜਾਂਦਾ ਸੀਗਾ। ਮੈਂ ਅੱਜ ਨਹੀਂ, ਮੈਂ ਤਾਂ ਸੁਲਤਾਨ ਵਾਹਿਗੁਰੂ ਤਲਵੰਡੀ ਦੀ ਧਰਤੀ ਤੋਂ ਨਾ 9 ਸਾਲ ਦੀ ਉਮਰ 'ਚ ਆਰਤੀ ਸ਼ੁਰੂ ਕਰਤੀ ਸੀ, ਤੇ ਅੱਜ ਤਾਂ ਮੇਰੀ ਉਮਰ 43 ਸਾਲ ਦੀ ਹੋ ਗਈ। ਪਹਿਲੀ ਉਦਾਸੀ ਹੈ ਨਾ, ਅੱਜ ਮੇਰੀ ਉਮਰ 43 ਸਾਲ ਦੀ ਹੋ ਗਈ, 9 ਸਾਲ ਦੇ ਵਿੱਚ ਮੈਂ ਸ਼ੁਰੂ ਕਰਤੀ ਸੀ ਆਰਤੀ। ਅੱਜ ਵੀ ਮੈਂ ਆਰਤੀ ਜਗਨਨਾਥਪੁਰੀ ਦੇ ਵਿੱਚ ਖੜ ਕੇ ਕੀਤੀ ਆ। ਹੁਣ ਇੱਕ ਗੱਲ ਧਿਆਨ ਦਿਓ, ਇੱਕ ਪਾਸੇ ਤਾਂ ਸੈਂਕੜੇ ਲੋਕ ਨੇ ਜਿਹੜੇ ਬਾਬੇ ਨਾਨਕ ਨੂੰ ਕਹਿੰਦੇ ਨੇ ਤੂੰ ਆਰਤੀ ਕੀਤੀ ਨਹੀਂ, ਇੱਕ ਪਾਸੇ ਬਾਬਾ ਨਾਨਕ ਕੱਲਾ ਤੇ ਜਿਹੜਾ ਕਹਿੰਦਾ ਮੈਂ ਆਰਤੀ ਕੀਤੀ ਆ। ਹੁਣ ਇਸ ਗੱਲ ਨੂੰ ਆਪਾਂ ਕੰਪੈਰੀਜ਼ਨ ਕਰਕੇ ਵੇਖਣਾ, ਬਾਬੇ ਨਾਨਕ ਨੇ ਆਰਤੀ ਕਿਵੇਂ ਕੀਤੀ ਆ, ਫਿਰ ਇਸ ਗੱਲ ਨੂੰ ਆਪਾਂ ਮੰਨਣਾ ਵੀ ਅੱਜ ਤੋਂ ਬਾਅਦ ਮੈਂ ਦੀਵਿਆਂ ਵਾਲੀ ਆਰਤੀ ਨਾ ਕਰਾਂ ਤੇ ਨਾ ਕਰਨ ਵਾਲਿਆਂ ਦੇ ਨਾਲ ਖੜਾਂ। ਦੋਨੇ ਕੰਮ ਮੈਂ ਨਹੀਂ ਕਰਨੇਗੇ। ਹੁਣ ਬਾਬਾ ਨਾਨਕ ਕਹਿੰਦਾ ਪਹਿਲਾਂ ਮੇਰੀ ਗੱਲ ਦਾ ਜਵਾਬ ਦਿਓ, ਮੈਂ ਤੁਹਾਡੀਆਂ ਹੁਣ ਤੱਕ ਸਾਰੀਆਂ ਹੀ ਸੁਣੀਆਂ, ਹੁਣ ਮੇਰੀ ਸੁਣੋ, ਕਿਉਂਕਿ ਮਜਬੂਰੀ ਬਣ ਗਈ ਬਾਬੇ ਨਾਨਕ ਦੀ ਗੱਲ ਸੁਣਨੀ। ਕਿਉਂ? ਕਿਉਂਕਿ ਪਹਿਲਾਂ ਬਾਬੇ ਨਾਨਕ ਨੇ ਉਹਨਾਂ ਦੀਆਂ ਗੱਲਾਂ ਸੁਣੀਆਂ, ਹੁਣ ਮੇਰੀ ਸੁਣੋ ਤੁਸੀਂ। ਦਲੀਲ ਦੇ ਆਧਾਰ ਤੇ ਗੱਲ ਆ। ਬਾਬਾ ਨਾਨਕ ਕਹਿੰਦਾ ਜਗਨ ਦਾ ਅਰਥ ਕੀ ਹੁੰਦਾ? ਜਗਨ ਦਾ, ਜਗਨਨਾਥ। ਚਲੋ ਜਗਨ ਦਾ ਅਰਥ ਉਹਨਾਂ ਨੇ ਬੜੇ ਸੌਖੇ ਢੰਗ ਨਾਲ ਦੱਸਤਾ, ਕਹਿੰਦੇ ਜਗਤ। ਦੱਸਤਾ ਪਤਾ ਸੀ ਅਗਲੇ ਨੂੰ। ਬਾਬਾ ਨਾਨਕ ਕਹਿੰਦਾ ਨਾਥ ਦਾ ਅਰਥ ਕੀ ਹੁੰਦਾ? ਕਹਿੰਦੇ ਮਾਲਕ। ਪਾਤਸ਼ਾਹ ਕਹਿੰਦੇ ਠੀਕ ਆ। ਤੇ ਹੁਣ ਜਿਹਦੀ ਤੁਸੀਂ ਆਰਤੀ ਕਰਦੇ ਹੋ ਉਹਦਾ ਨਾਂ ਕੀ ਆ? ਕ੍ਰਿਸ਼ਨ ਭਗਵਾਨ। ਤੇ ਤੁਸੀਂ ਮੰਨਦੇ ਹੋ, ਬਾਬਾ ਨਾਨਕ ਨਹੀਂ ਮੰਨਦਾ, ਤੁਸੀਂ ਮੰਨਦੇ ਹੋ ਵੀ ਇਹ ਕ੍ਰਿਸ਼ਨ ਭਗਵਾਨ ਜਗਤ ਦਾ ਨਾਥ ਆ, ਲੋਕਾਂ ਦਾ ਮਾਲਕ ਆ। ਇਹ ਪੱਥਰ ਦੀ ਫੋਟੋ ਕੱਲ ਨੂੰ ਲੋਕਾਂ ਤੇ ਵਿਪਤਾ ਪੈ ਜੇ ਕਿ ਹੱਕ 'ਚ ਖੜ ਜੂਗੀ? ਪੁਜਾਰੀ ਚੁੱਪ ਆ। ਕਿਉਂ? ਪਤਾ ਤਾਂ ਅਗਲੇ ਨੂੰ ਸੀਗਾ ਨਾ, ਉਹ ਤਾਂ ਖਾਣ ਦਾ ਢੰਗ ਬਣਾਇਆ ਪਿਆ। ਪਤਾ ਤਾਂ ਸੀਗਾ। ਜਦੋਂ ਬਾਬੇ ਨਾਨਕ ਦੀ ਗੱਲ ਤੇ ਚੁੱਪ ਕਰ ਗਏ ਤੇ ਫਿਰ ਬਾਬੇ ਨਾਨਕ ਨੇ ਭਲਾ ਪਤਾ ਕੀ ਕਿਹਾ? ਬਾਬਾ ਨਾਨਕ ਕਹਿੰਦਾ ਜੇ ਤੁਹਾਡੀ ਇਹ ਜਗਤ ਨੂੰ ਪਾਲਣ ਵਾਲੀ ਮਾਲਕ ਦੀ ਤਸਵੀਰ ਬਨੌਟੀ ਆ ਤੇ ਤੁਹਾਡਾ ਮਾਲਕ ਨਾ ਬਨੌਟੀ ਆ, ਬਨੌਟੀ ਮਾਲਕ ਅੱਗੇ ਬਨੌਟੀ ਆਰਤੀਆਂ ਮੈਂ ਨਹੀਂ ਕਰਦਾ, ਮੈਂ ਤਾਂ ਸੱਚੇ ਮਾਲਕ ਅੱਗੇ ਸੱਚੀ ਆਰਤੀ ਕਰਦਾ। ਕਿਹੜੀ ਆਰਤੀ ਕਿਵੇਂ ਕੀਤੀ? ਆ ਸੁਣੋ। ਅਗਲੇ ਦੇ ਘਰੇ ਜਾ ਕੇ ਬਾਬੇ ਨਾਨਕ ਨੇ ਬਾਣੀ ਪੜ੍ਹੀ, ਅਗਲੇ ਦੇ ਘਰੇ ਜਾ ਕੇ, ਤੇ ਪਾਤਸ਼ਾਹ ਨੇ ਕੀ ਕਿਹਾ? ਉਹ ਤੁਸੀਂ ਰੋਜ਼ ਸ਼ਬਦ ਪੜ੍ਹਦੇ ਹੋ, ਰੋਜ਼ਾਨਾ ਪੜ੍ਹਦੇ ਨੇ ਜਿਹੜੇ ਸੋਹਿਲਾ ਸਾਹਿਬ ਦੇ ਆਦੀ ਨੇ। ਨਹੀਂ ਪੜ੍ਹਦੇ ਤਾਂ ਜ਼ਰੂਰ ਪੜ੍ਹਿਆ ਕਰੋ, ਬੱਚਿਆਂ ਨੂੰ ਪੜ੍ਹਾਇਆ ਕਰੋ। ਸ਼ਾਮ ਦੇ ਵਕਤ ਸਾਨੂੰ ਇਹ ਬਕਾਇਦਾ ਮੇਰੇ ਮਾਲਕ ਨੇ ਮਰਜ਼ਾਦਾ ਦਿੱਤੀ ਹੈ ਵੀ ਸੌਣ ਤੋਂ ਪਹਿਲਾਂ ਸੋਹਿਲਾ ਸਾਹਿਬ ਦੀ ਬਾਣੀ ਪੜ੍ਹ ਕੇ ਪਈ। ਟੋਟਲ 5 ਹੀ ਸ਼ਬਦ ਨੇ, 1 ਮਿੰਟ 'ਚ ਇੱਕ ਵੀ ਪੜ੍ਹ ਗਏ ਤਾਂ 5 ਮਿੰਟਾਂ ਦਾ ਟਾਈਮ ਹੀ ਲੱਗਿਆ। 2 4 5 ਦਿਨ ਲਗਾਤਾਰ ਪੜ੍ਹੋ, 5 ਸ਼ਬਦ ਜਵਾਨੀ ਕੰਠ ਹੋ ਜਾਣਗੇ। ਤੇ ਉਹਨਾਂ ਸ਼ਬਦਾਂ ਦੇ ਵਿੱਚ ਇੱਕ ਸ਼ਬਦ ਆਉਂਦਾ ਗੁਰੂ ਨਾਨਕ ਪਾਤਸ਼ਾਹ ਜੀ ਦਾ, ਗਗਨ ਮੈਂ ਥਾਲ ਰਵ ਚੰਦ। ਮੈਂ ਤਾਂ ਆਹ ਆਰਤੀ ਕਰਦਾ, ਮੈਂ ਕਰਦਾ ਨਹੀਂ, ਮੈਂ ਇਸ ਆਰਤੀ ਵਿੱਚ ਸ਼ਾਮਲ ਹੁੰਨਾ। ਤੇ ਆਪਾਂ ਵੀ ਸਾਰੇ ਇਸ ਆਰਤੀ ਵਿੱਚ ਸ਼ਾਮਲ ਆ। ਗਗਨ ਮੈਂ ਥਾਲ, ਗਗਨ ਮੀਨਜ਼ ਆਕਾਸ਼, ਗਗਨ ਮੈਂ ਥਾਲ, ਆਕਾਸ਼ ਰੂਪੀ ਥਾਲ ਰੱਬ ਨੇ ਬਹੁਤ ਵੱਡਾ ਬਣਾਇਆ। ਆਕਾਸ਼ ਰੂਪੀ ਥਾਲ ਰੱਬ ਨੇ ਬਹੁਤ ਵੱਡਾ ਬਣਾਇਆ, ਉਹਦੇ 'ਚ ਦੀਵੇ ਵੀ ਧਰੇ। ਗਗਨ ਮੈਂ ਥਾਲ ਰਵ ਚੰਦ, ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ। ਬਾਬੇ ਨਾਨਕ ਨੇ ਪੂਰਾ ਦ੍ਰਿਸ਼ ਬਣਾਤਾ। ਕਹਿੰਦੇ ਦੇਖੋ ਉਹਦੇ ਵਿੱਚ ਚੰਦਰਮਾ ਵੱਡੀ ਮਿਸਾਲ ਆ, ਤੁਸੀਂ ਵੱਡਾ ਦੀਵਾ ਲਾਇਆ, ਤੇ ਉਹਦੇ ਵਿੱਚ ਨਿੱਕੇ ਨਿੱਕੇ ਤਾਰੇ ਉਹ ਦੀਵਿਆਂ ਦਾ ਰੂਪ ਨੇ। ਚੰਦ ਵੱਡੀ ਮਿਸਾਲ ਦਾ ਰੂਪ ਆ, ਨਿੱਕੇ ਨਿੱਕੇ ਤਾਰੇ ਦੀਵਿਆਂ ਦਾ ਰੂਪ ਨੇ। ਵੱਡਾ ਹੋਰ ਵੇਖਣਾ ਤਾਂ ਉਹਦੇ ਵਿੱਚ ਹੀ ਆਕਾਸ਼ ਦੇ ਵਿੱਚ ਹੀ ਇੱਕ ਬਹੁਤ ਵੱਡਾ ਸੂਰਜ ਵੀ ਆ, ਰਵ ਚੰਦ ਦੀਪਕ ਤਾਰੇ। ਮੰਡਲ ਕਾ ਪਾਤਸ਼ਾਹ ਜੀ ਕਹਿੰਦੇ ਪੂਰੇ ਮੰਡਲ ਦੇ ਵਿੱਚ ਇੱਕ ਥਾਲ ਆ ਰੱਬ ਦੀ ਸੱਚੀ ਆਰਤੀ ਕਰਨ ਵਾਸਤੇ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ।
फिर अगे धूफ, तुसी धूफ करदे हो, ਤੁਸੀਂ ਧੂਫ ਕਰਦੇ ਹੋ ਨਾ। ਇੱਕ ਗੱਲ ਹੋਰ ਦੇਖੋ, ਤੁਸੀਂ ਬੜੇ ਸੂਝਵਾਨ ਤੇ ਸਿਆਣੇ ਹੋ। ਧੂਫ ਦਾ ਮਤਲਬ ਹੁੰਦਾ ਵਾਤਾਵਰਨ, ਆਸਾ ਪਾਸਾ ਮਾਹੌਲ, ਜਾਣੀ ਕਿ ਜੋ ਵੀ ਹੈ ਉਹਨੂੰ ਸਾਫ਼ ਰੱਖਣਾ ਮੱਛਰ ਮੱਖੀ ਤੋਂ। ਇਸ ਗੱਲ ਨੂੰ ਤੁਸੀਂ ਸਾਰੇ ਸਮਝਦੇ ਹੋ। ਇਹਦਾ ਮਤਲਬ ਇਹ ਨਹੀਂ ਹੁੰਦਾਗਾ ਵੀ ਆਪਾਂ ਧੂਆਂ ਰੋਲ ਰੱਖਣਾਗਾ, ਮੱਛਰ ਮੱਖੀ ਤੋਂ ਆ। ਲੋੜ ਹੈ ਲਾ ਲਓ, ਨਹੀਂ ਲੋੜ ਰਹਿਣ ਦਿਓ। ਉਹ ਰੱਬ ਨੂੰ ਧੂਫ ਖੁਸ਼ ਕਰਨ ਵਾਸਤੇ ਨਹੀਂ ਹੈ। खुशी का मतलब नहीं, ये तो एक साडी लोड़ आ, बस उन्होंने समझना आपां। हुण इत्थे तुसीं धूफ उतारी आ, धूफ करदे हो, पर रब नूं धूफ तां हो रही आ। ਕਿਹੜੀ ਧੂਫ? ਤੁਸੀਂ ਸੁਗੰਧੀ ਧੂਫ ਲਾ ਕੇ ਦਿੱਤੀ ਹੈ ਨਾ। ਰੱਬ ਨੇ ਆਪਣੀ ਧੂਪ ਆਪ ਹੀ ਪੈਦਾ ਕੀਤੀ ਹੈ, ਸੁਗੰਧੀ ਆਪ ਹੀ ਪੈਦਾ ਕੀਤੀ ਆ। ਰੱਬ ਨੇ ਹਵਾ ਵੀ ਆਪ ਹੀ ਛੱਡੀ। ਧੂਪ ਮਲ ਅੰਨ ਲੋ, ਪਰਬਤਾਂ ਤੋਂ ਖਹਿ ਖਹਿ ਕੇ ਹਵਾ ਆਉਂਦੀ ਹੈ, ਪਰਬਤਾਂ ਤੋਂ ਖਹਿੰਦੀ ਖਹਿੰਦੀ ਫੁੱਲਾਂ ਨਾਲ, ਜੜੀਆਂ ਬੂਟੀਆਂ ਨਾਲ ਇੰਨੀ ਤਾਕਤਵਰ ਬਣ ਜਾਂਦੀ ਆ। ਤੇ ਉਹ ਹਵਾ ਦੀ ਕੋਈ ਦੁਨੀਆ ਦੀ ਧੂਪ ਰੀਸ ਨਹੀਂ ਕਰ ਸਕਦੀ। चलो वो अज की एक बहुत वड्डी कमजोरी आ। जे हवा नूं दूषित कीता तां वो बंदे ने कीता, रब ने नहीं कीता। जे हवा नूं मैला कीता ना तां असीं कीता, परमात्मा ने नहीं कीता। जानी कि बाबे नानक ने पूरा शब्द पढ़ के उत्थे समझाता, धूप मल आन लो, पवन हवा चबरो, चौर हो रहा रब नूं, चौर हो रहा ना, पावन चबरो करे सगल बनराए फूलंत ज्योति। पूरे फुल इस आरती दे विच शामिल ने, पूरी मनुखता इस आरती विच शामिल आ, पूरे पशु ते पंछी इस आरती विच शामिल ने। ते तुसीं किहड़ी गल करदे हो? ਜਦੋਂ ਬਾਬੇ ਨਾਨਕ ने शब्द सुना के अर्थ करके दसे ना, ते पंडितां दे मूँह नीवें हो गए। ਧੰਨਾ ਬਾਬਾ ਨਾਨਕਾ, ਕਹਿੰਦੇ ਕਹਾਉਂਦੇ ਲੋਕਾਂ ਦੇ ਮੂੰਹ ਤੂੰ ਨੀਵੇਂ ਕਰਤੇ, ਕਹਿੰਦੇ ਕਹਾਉਂਦਿਆਂ ਦੇ। ਦੇਖੋ ਬਾਬੇ ਨਾਨਕ ਦਾ ਕਿਸੇ ਦਾ ਮੂੰਹ ਨੀਵਾਂ ਕਰਨ ਤੋਂ ਭਾਵੇਂ ਨਹੀਂ ਵੀ ਕਿਸੇ ਨੂੰ ਬੇਇੱਜ਼ਤ ਕਰਨਾ, ਬਸ ਸਮਝਾਉਣਾ, ਪੁੱਤ ਸਮਝ ਜਾ। ਧੂਪ ਮਲਿਆਣ ਲੋ, ਪਵਨ ਚਬਰੋ ਕਰੇ ਸਗਲ ਬਨਰਾਏ ਫੂਲੰਤ ਜੋਤੀ। ਅੱਗੇ ਕੀ ਕਿਹਾ? ਕੈਸੀ ਆਰਤੀ ਹੋਏ ਭਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਬਾਜੰਤ ਭੇਰੀ ਰਹਾਓ। साहस तब नैन नन नैन है तोहे को, सहस मूर्त नना एक तोही। साहस पद बिमल नन एक पद गंध बिन सहस तब गंध इव चलत मोही। फिर अगे की कहागा? तुसी जोतां ला के रब नूं खुश करन वालिओ, सारिआं दे विच जोतां रब ने लाईआं होईआं ने, पर तुसी जोत होण दे बावजूद जोत नूं नफरत करी जांदे हो। सब मैं जोत, जोत है सोए। ਤੇ ਤੁਸੀਂ ਘਿਓ ਬਾਹਰੀ ਤੌਰ ਤੇ ਫੂਕੀ ਜਾਂਦੇ ਹੋ। ਘਿਓ ਦੀ ਲੋੜ ਤਾਂ ਅੰਦਰ ਚੱਲ ਰਹੀ ਜੋਤ ਨੂੰ ਆ। ਉਹ ਜੋਤ ਨੂੰ ਕਿਹੜਾ ਘਿਓ ਪਾਉਣਾਗਾ? ਗਿਆਨ ਦਾ ਘਿਓ ਪਾਉਣਾਗਾ। ਤੇ ਗਿਆਨ ਦਾ ਘਿਓ ਪਾ ਕੇ ਅੰਦਰਲੀ ਜੋਤ ਨੂੰ ਕਾਇਮ ਕਰੋ। ਅੰਦਰਲੀ ਜੋਤ ਆ ਤੁਹਾਡੀ ਬੁਝੀ ਪਈ, ਜਾਣੀ ਕਿ ਅੰਧ ਵਿਸ਼ਵਾਸ ਵਿੱਚ ਬੜੇ ਪਏ ਹੋ, ਤੇ ਬਾਹਰੀ ਤੌਰ ਤੇ ਤੁਸੀਂ ਜੋਤਾਂ ਧੂਪਾਂ ਲਾਈ ਜਾਂਦੇ ਹੋ। ਫਿਰ ਆਪਾਂ ਪੜ੍ਹਦੇ ਹਾਂ ਨਾ, ਪਾਤਸ਼ਾਹ ਜੀ ਦੀ ਪਾਵਨ ਬਾਣੀ, ਬਲਹਾਰੀ ਗੁਰ ਆਪਣੇ ਦਿਹਾੜੀ ਸਦਵਾਰ, जिन मानस ते देवते की ये करत ना लागी वार। अगे की लिखा? जे 100 चंदा उगवे, सूरज चढ़े हजार। आ दीवे तो फिर भी गल ही कटती बाबे नानक ने। जे सैकड़े सूरज चढ़ जान, चंद्रमा चढ़ जान हजारां दी गिणती च, तां भी मनुख दे अंदर दी अज्ञानता दी हनेरी रात नूं दूर नहीं कर सकदे, खत्म नहीं कर सकते। अंदर दा हनेरा, अज्ञानता दा हनेरा गुरु दी पावन बाणी दे नाल ही दूर किया जा सकता है। ਉਹਦੇ ਨਾਲ ਹੀ दूर किया जा सकता। बाहरी तौर ते सूरज दीयां किरणां भाई साडे जीवन दे विच साडा उधार नहीं कर सकदियां। इस करके गुरु नानक साहब ने आरती दा खंडन कीता ते सच्ची आरती करन दे लई प्रेरित कीता। एक नहीं सैकड़े लोक जगन्नाथपुरी मंदिर दे विच, कृष्ण भगवान दे मंदिर विच बाबे नानक दे हक विच हादा नारा मार गए। ते फिर इत्थे बाबे नानक ने नाल दी नाल एक दा होर पड़दा उघेड़िया सी, जिक्र बाणी विच भी कीता गा। अखी तां मीटै नाक पकड़ै, ठगण को संसार। ये लोग भाई अखां मीच के नासां फरकाउंदे ने, पकड़दे ने, ते मतलब की हुंदा? लोकां नूं लुटना।
ਅੱਖੀਂ ਤਾਂ ਮੀਟੇ ਨਾਕ ਪਕੜਹੀ, ਠੱਗਣ ਕਉ ਸੰਸਾਰ। ਮਿਸ਼ਨ ਸੰਸਾਰ ਨੂੰ ਠੱਗਿਆ ਕਿਵੇਂ ਜਾਵੇ, ਸੰਸਾਰ ਨੂੰ ਗੁੰਮਰਾਹ ਕੀਤਾ ਕਿਵੇਂ ਜਾਵੇ, ਤੇ ਉਹ ਕਲਯੁਗੀ ਪਾਂਡੇ ਦਾ ਜ਼ਿਕਰ ਆਉਂਦਾ। ਸੰਖੇਪ ਜੀ ਵਿਚਾਰ ਆ, ਇੱਕ ਪਾਂਡਾ ਇਸੇ ਧਰਤੀ ਤੇ ਬੈਠਾ, ਕਿੰਨੇ ਲੋਕ ਬਾਬੇ ਨਾਨਕ ਦੇ ਨਾਲ ਖੜ ਗਏ। ਉਹਨਾਂ ਨੂੰ ਕਹਿੰਦਾ ਆਓ ਮੈਂ ਤੁਹਾਨੂੰ ਇੱਕ ਹੋਰ ਚੀਜ਼ ਦਿਖਾਵਾਂ। ਅਸੀਂ ਆਉਂਦੇ ਹੋਏ ਦੇਖ ਕੇ ਆਏ ਸੀ। ਬਾਬਾ ਨਾਨਕ ਪਹਿਲਾਂ ਨਿਗਾਹ ਮਾਰਿਆ ਨਾ, ਬਾਬੇ ਨਾਨਕ ਦੀ ਬੜੀ ਦੂਰ ਅੰਦੇਸੀ ਆ, ਕਿਹੜੇ ਪਾਸੇ ਕੀ ਆ, ਕਿਹੜੇ ਪਾਸੇ ਕੀ ਆ, ਬੜਾ ਦਿਮਾਗ ਹੈ ਬਾਬੇ ਨਾਨਕ ਦਾ। ਮੈਂ ਹੁਣੀ ਦੇਖ ਕੇ ਆਇਆ ਸੀ ਆਉਂਦਾ ਹੋਇਆ, ਉੱਥੇ ਬੈਠਾ ਫਲਾਣੇ ਥਾਂ ਤੇ, ਆਓ ਦਿਖਾਵਾਂ। ਤੁਸੀਂ ਦੂਰ ਖੜ ਜਾਓ, ਮੈਂ ਜਾਣਾ ਪਹਿਲਾਂ। ਮੈਂ ਜਾਣਾ ਨਾ, ਗੁਰੂ ਨਾਨਕ ਸਾਹਿਬ ਗਏ। ਜਿਹਦਾ ਮਿਸ਼ਨ ਕੀ ਸੀ, ਜਿਵੇਂ ਤੁਸੀਂ ਸਾਰੇ ਬੈਠੇ ਹੋ ਨਾ, ਇੱਦਾਂ ਲੋਕ ਅੱਖਾਂ ਵਿੱਚ ਕੇ ਮੂਹਰੇ ਬੈਠੇ ਨੇ, ਆਈ ਜਾਂਦੇ ਨੇ। ਉਹਦੇ ਮੂਹਰੇ ਨੇ ਜਿਵੇਂ ਗੋਲਕ ਪਈ ਹੈ, ਇੱਕ ਡੋਂਗਾ ਪਿਆ ਵੱਡਾ ਸਾਰਾ, ਬਰਤਨ ਪਿਆ ਗਾ, ਉਹਦੇ ਵਿੱਚ ਲੋਕ ਪੈਸੇ ਪਾਈ ਜਾਂਦੇ ਨੇ। ਅੱਖਾਂ ਮੀਚੀਆਂ ਹੋਈਆਂ ਨੇ, ਟਣਕਾਰ ਦੇ ਨਾਲ ਸੁਰਤ ਜੁੜੀ ਹੋਈ ਆ, ਖੜਕੇ ਦੇ ਨਾਲ, ਖੜਕੇ ਦੇ ਨਾਲ ਜੁੜੀ ਹੋਈ ਨਾ। ਅੱਛਾ, ਜਦੋਂ ਖੜਕੇ ਨਾਲ ਸੁਰਤ ਜੁੜੀ ਹੋਈ ਆ, ਜਿਵੇਂ ਜਿਵੇਂ ਖੜਕਾ ਹੋਈ ਜਾਂਦਾ, ਤਿਵੇਂ ਤਿਵੇਂ ਫੁਕਾਰੇ ਮਾਰੀ ਜਾਂਦਾ। ਮੈਂ ਤੁਹਾਨੂੰ ਸ਼ਿਵਪੁਰੀ ਦੇ ਦਰਸ਼ਨ ਕਰਾਊਂ, ਮੈਂ ਤੁਹਾਨੂੰ ਇੰਦਰਪੁਰੀ ਦਰਸ਼ਨ ਕਰਾਊਂ, ਮੈਂ ਤੁਹਾਨੂੰ ਬ੍ਰਹਮਪੁਰੀ ਦਰਸ਼ਨ ਕਰਾਊਂ। ਪਹਿਲੀ ਗੱਲ ਤਾਂ ਇਹ ਆ ਵੀ ਆਪਾਂ ਮੋਟਾ ਜਿਹਾ ਹਿਸਾਬ ਵਿਗਿਆਨਕ ਆਧਾਰ ਤੇ ਵੇਖੀ ਨਾ, ਰਹਿਣਾ ਅਸੀਂ ਆ ਧਰਤੀ ਤੇ, ਅਸੀਂ ਸ਼ਿਵਪੁਰੀ, ਬ੍ਰਹਮਪੁਰੀ, ਇੰਦਰਪੁਰੀ ਤੋਂ ਕੀ ਲੈਣਾ, ਕਿਆ ਲੈਣਾ? ਰਹਿਣਾ ਤਾਂ ਇਸੇ ਧਰਤੀ ਤੇ ਆ। ਹੁਣ ਆਹ ਭੂੰਦੜ ਵਿੱਚ ਰਹਿੰਦੇ ਆ ਤੇ ਗੱਲਾਂ ਕਰੀਏ ਆਪਾਂ ਚੰਡੀਗੜ੍ਹ, ਮੋਹਾਲੀ ਦੀਆਂ, ਸ਼ਿਮਲੇ ਦੀਆਂ, ਕੀ ਲੋੜ ਆ ਭਰਾਵੋ? ਲੋੜ ਰਹਿਣੀ ਇੱਥੇ ਆ, ਜਦੋਂ ਇੱਥੋਂ ਜਾਣਾ ਹੀ ਨਹੀਂ ਕਿਸੇ ਪਾਸੇ, ਗੱਲਾਂ ਹੀ ਫਿਰ ਇੱਥੋਂ ਦੀਆਂ ਹੋਣ, ਇੱਥੋਂ ਦਾ ਆਲਾ ਦੁਆਲਾ ਸਾਫ਼ ਕਰੀਏ ਆਪਾਂ। ਤੇ ਬਾਬਾ ਨਾਨਕ ਕਹਿੰਦਾ ਦੇਖੋ ਕਿੱਡਾ ਕਮਲ ਕੁੱਟੀ ਜਾਂਦਾ, ਬ੍ਰਹਮਪੁਰੀ, ਇੰਦਰਪੁਰੀ। ਛੋਟੇ ਜਿਹੇ ਗਿਆ ਪਹਿਲਾਂ, ਇਦੋਂ ਪਹਿਲਾਂ ਕੋਈ ਜਿਹੜੇ ਨਾਲ ਆਏ ਸੀ ਕਹਿੰਦੇ ਕੋਈ ਨਹੀਂ ਗਿਆ। ਜਾਣਾ ਚਾਹੁੰਦੇ ਹੋ? ਚਲੋ, ਇਹ ਤਾਂ ਜਿਹੜੇ ਨਾਲ ਆਏ ਨੇ ਇਹਨਾਂ ਨੇ ਤਾਂ ਸਿਰ ਹਿਲਾਤਾ ਵੀ ਨਾ ਅਸੀਂ ਤਾਂ ਨਹੀਂ ਜਾਣਾ ਚਾਹੁੰਦੇ। ਬਾਬਾ ਨਾਨਕ ਕਹਿੰਦਾ ਜਿਹੜੇ ਦੇ ਮੂਹਰੇ ਬੈਠੇ ਨੇ ਉਹ ਜਾਣਾ ਚਾਹੁੰਦੇ ਨੇ, ਉਹਨਾਂ ਦੀ ਭਾਵਨਾ ਹੈ, ਆਓ ਆਪਾਂ ਸਾਰੇ ਹੀ ਪਾਜੋ ਗੇੜ ਦਿਆਂਗੇ। ਬਾਬੇ ਨਾਨਕ ਨੇ ਇਸ਼ਾਰਾ ਕੀਤਾ ਮਰਦਾਨੇ ਨੂੰ, ਮਰਦਾਨੇ ਜਾ। ਕਿੱਧਰ ਜਾਣਾ? ਜਿਹੜਾ ਉਹਦੇ ਮੂਹਰੇ ਗੋਲਕ ਪਿਆ ਨਾ, ਜਾਣੀ ਕਿ ਰੁਪਈਆਂ ਵਾਲਾ ਬਰਤਨ ਪਿਆ, ਉਹਨੂੰ ਚੱਕ ਲਿਆ। ਮਰਦਾਨਾ ਕਹਿੰਦਾ ਸਤ ਵਚਨ ਆ ਜੀ। ਅੱਛਾ ਮਾਫ ਕਰਨਾ, ਫਿਰ ਮੇਰਾ ਇੱਥੇ ਫਿਰ ਇੱਕ ਰੁਕਣ ਨੂੰ ਮਿੰਟ ਜੀ ਕਰਦਾਗਾ। ਬਹੁਤੇ ਨਾ ਵਿਚਾਰੇ ਸੁਣਾ ਕੇ ਜਾਂਦੇ ਸਾਖੀਆਂ, ਕਹਿੰਦੇ ਮਰਦਾਨਾ ਕਹਿੰਦਾ ਤੂੰ ਮੈਨੂੰ ਮਰਵਾਏਂਗਾ। ਬਾਬੇ ਨਾਨਕ ਨੂੰ ਮਰਦਾਨੇ ਨੇ ਇੱਕ ਦਿਨ ਨਹੀਂ ਜਵਾਬ ਦਿੱਤਾ, ਇੱਕ ਦਿਨ ਵੀ। ਤੇ ਅਸੀਂ ਬੋਲ ਜਾਂਦੇ ਹਾਂ, ਲੈ ਮਰਦਾਨਾ ਫਲਾਨੀ ਗੱਲ ਤੇ ਜਵਾਬ ਦੇ ਗਿਆ, ਤੂੰ ਮੈਨੂੰ ਐਂ ਕਰੇਂਗਾ, ਤੂੰ ਮੈਨੂੰ ਐਂ ਕਰੇਂਗਾ। ਜਿਹੜਾ ਮੁੱਢ ਤੋਂ ਐਡਾ ਪਿਆਰਾ ਮਿੱਤਰ ਬਣ ਗਿਆ, ਬਾਬੇ ਨਾਨਕ ਨੂੰ ਭਲਾ ਜਵਾਬ ਕਿਵੇਂ ਦੇਊ ਉਹ? ਬਾਬੇ ਨਾਨਕ ਦੀ ਜਾਨ ਤਾਂ ਮਰਦਾਨੇ 'ਚ ਬੋਲਦੀ ਹੈ, ਤੇ ਮਰਦਾਨੇ ਦੀ ਜਾਨ ਬਾਬੇ ਨਾਨਕ 'ਚ ਬੋਲਦੀ ਆ। ਭਲਾ ਫਰਕ ਕਿੱਥੇ ਆ? ਇੱਕ 0% ਦਾ ਫਰਕ ਵੀ ਨਹੀਂ, ਨਿੱਕੇ ਤੋਂ ਨਿੱਕਾ ਪੁਆਇੰਟ ਦਾ ਫਰਕ ਵੀ ਨਹੀਂਗਾ। ਮਰਦਾਨਾ ਕਹਿੰਦਾ ਸਤ ਬਚਨ, ਪਤਾ ਵੀ ਬਾਬਾ ਨਾਨਕ ਨਾਲ ਆ, ਤੇ ਜਿਹਨੂੰ ਆਪਾਂ ਨੂੰ ਪਤਾ ਲੱਗ ਗਿਆ ਨਾ ਗੁਰੂ ਨਾਲ ਆ, ਤੇ ਅਸੀਂ ਡਰਾਂਗੇ ਭਲਾ? ਕੋਈ ਲੋੜ ਨਹੀਂ ਡਰਨ ਦੀ, ਨਾ ਕੋਈ ਮੜੀ ਤੋਂ, ਨਾ ਮਸਾਣੀ ਤੋਂ, ਨਾ ਕੋਈ ਟੂਣੇ ਤੋਂ, ਨਾ ਧਾਗੇ ਤੋਂ। ਮਤਲਬ ਹੀ ਨਹੀਂ ਵੀ ਡਰ ਜਾਾਂਗੇ, ਸਵਾਲ ਹੀ ਨਹੀਂ ਪੈਦਾ ਹੁੰਦਾ ਵੀ ਕੋਈ ਡਰਾ ਜੂਗਾ। ਡਰਨਾ ਦੂਰ ਦੀ ਗੱਲ, ਡਰਾਉਣਾ ਵੀ ਡਰਾ ਵੀ ਨਹੀਂ ਸਕਦਾ ਕੋਈ, ਕਿੱਡਾ ਮਰਜੀ ਕਹਿੰਦਾ ਕਹੋਂਦਾ ਪੁਜਾਰੀ ਹੋਵੇ। ਚਲੋ ਵਾਹਿਗੁਰੂ ਭਲਾ ਕਰੇ। ਮਰਦਾਨਾ ਕਹਿੰਦਾ ਸਤ ਵਚਨ। ਮਰਦਾਨਾ ਗਿਆ, ਉਸੇ ਸੰਗਤ 'ਚ ਲੈਣ 'ਚ ਲੱਗਿਆ, ਜਾ ਕੇ ਉਹ ਚੱਕ ਕੇ ਭਾਂਡਾ ਪਿੱਛੇ ਝਾੜੀਆਂ 'ਚ ਰੱਖਿਆ ਆ। ਹੁਣ ਖੜਕਾ ਉਹਨੂੰ ਹਟ ਗਿਆ, ਤੇ ਹੁਣ ਬਾਬੇ ਨੇ ਅੱਖਾਂ ਖੋਲ ਕੇ ਵੇਖਿਆ ਵੀ ਇਹ ਤਾਂ ਕੋਈ ਮੇਰਾ ਪੈਸਿਆਂ ਵਾਲਾ ਲੋਟਾ ਹੀ ਚੱਕ ਕੇ ਲੈ ਗਿਆ। ਤੇ ਬਾਬਾ ਹੁਣ ਅਸੀਸਾਂ ਦੇਣ ਦੀ ਬਜਾਏ ਦਰਸੀਸਾਂ ਦੇਣੀਆਂ ਸ਼ੁਰੂ ਕਰਤੀਆਂ। ਕਹਿੰਦਾ ਮੈਂ ਦੇਖੂੰਗਾ ਉਹਦੇ ਨਾਲ ਜਿਹਨੇ ਸ਼ਰਾਰਤ ਕੀਤੀ ਆ, ਸਾਧੂਆਂ ਨਾਲ ਸ਼ਰਾਰਤਾਂ ਨਹੀਂ ਕਰਦੇ ਹੁੰਦੇ। ਚਲੋ ਸੰਖੇਪ, ਬਾਬਾ ਕਲਪ ਉੱਠਿਆ, ਦੱਸ ਦੋ ਤੇ ਨਹੀਂ ਤਾਂ ਤੁਹਾਡੇ ਨਾਲ ਬੁਰੀ ਹੋਊਗੀ, ਬੁਰੀ ਹੋ ਨਾ। ਤੇ ਹੁਣ ਜੇ ਕਿਸੇ ਨੇ ਚੱਕਿਆ ਹੋਵੇ ਤਾਂ ਕੋਈ ਬੋਲੇ, ਸਾਰਿਆਂ ਨੇ ਅੱਖਾਂ ਖੋਲੀਆਂ ਵੀ ਤਾਂ ਕਮਾਲ ਆ ਯਾਰ, ਕਿਸੇ ਨੇ ਸ਼ਰਾਰਤ ਕੀਤੀ ਆ। ਸਾਰੇ ਡਰ ਗਏ ਨਾ ਵੀ ਤਾਂ ਗਲਤ ਕੰਮ ਕੀਤਾ ਕਿਸੇ ਨੇ। ਬਾਬਿਆਂ ਨਾਲ ਸੱਚਮੁੱਚ ਛੇੜਾਂ ਨਹੀਂ ਕਰ ਦਿੰਦੇ, ਬਾਬਿਆਂ ਨਾਲ ਸੱਚਮੁੱਚ ਮਸਕਰੀਆਂ ਨਹੀਂ ਕਰ ਦਿੰਦੇ। ਪਰ ਬਾਬਾ ਨਾਨਕ ਤਾਂ ਇੰਨਾ ਵਧੀਆ ਇਨਸਾਨ ਹੈਗਾ, ਇੰਨਾ ਵਧੀਆ ਸਾਡਾ ਗੁਰੂ ਆ, ਇੰਨਾ ਵਧੀਆ ਸਾਡਾ ਪੀਰ ਆ, ਮਹਾਂਪੁਰਖ ਆ, ਜਿਹੜਾ ਜਿੱਥੇ ਜਿਹੋ ਜੀ ਲੋੜ ਪਈ ਉੱਥੇ ਉਹੋ ਜਿਹਾ ਕੰਮ ਹੀ ਕਰਤਾ। ਜਿੱਥੇ ਜਿਹੋ ਜੀ ਲੋੜ ਪਈ, ਚਿਹੜ ਕਰਨ ਦੀ ਲੋੜ ਪਈ ਚਿਹੜ ਵੀ ਕਰਤੀ। ਨਾਲੇ ਤਾਂ ਇੱਥੋਂ ਬਾਬੇ ਨਾਨਕ ਨੇ ਸਭ ਨੂੰ ਹਸਾਇਆ, ਤੇ ਨਾਲੇ ਪਾ ਜਾਓਗੇ ਡੱਤਾ, ਚੌੜ ਚੌੜ ਚ ਹੀ ਕੰਮ ਕਰਤਾ। ਤੇ ਹੁਣ ਗੁਰੂ ਨਾਨਕ ਸਾਹਿਬ ਕੋਲੇ ਵਾਗੇ, ਜਦੋਂ ਕਲਪਿਆ ਪਿਆ ਸੀਗਾ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਸਾਹਿਬ ਅਸੀਂ ਤੁਹਾਡੇ ਨਾਲ 1 ਮਿੰਟ ਵਿਚਾਰ ਕਰਨੀ ਆ। ਤੁਸੀਂ ਹੁਣੀ ਕਹਿੰਦੇ ਸੀ, ਸਾਡਾ ਸਵਾਲ ਆ ਇੱਕ, ਤੁਸੀਂ ਹੁਣੀ ਕਹਿੰਦੇ ਸੀ ਵੀ ਮੈਂ ਬ੍ਰਹਮਪੁਰੀ, ਇੰਦਰਪੁਰੀ, ਸ਼ਿਵਪੁਰੀ ਦੇ ਦਰਸ਼ਨ ਕਰਵਾਉਂ ਤੁਹਾਨੂੰ, ਤੇ ਮੈਨੂੰ ਤਿੰਨੇ ਪੁਰੀਆਂ ਦੀ ਜਾਣਕਾਰੀ ਆ, ਤਿੰਨੇ ਭਵਨਾਂ ਦੀ ਜਾਣਕਾਰੀ ਆ। ਤੇ ਤੁਸੀਂ ਮਾੜੀ ਜੀ ਮੋਟੀ ਜੀ ਨਿਗਾਹ ਮਾਰੋ ਨਾ, ਤੁਹਾਡਾ ਲੋਟਾ ਤੁਹਾਨੂੰ ਦਿਖ ਜੂਗਾ, ਤੁਹਾਡਾ ਪੈਸਿਆਂ ਵਾਲਾ ਲੋਟਾ ਨਾ ਤੁਹਾਨੂੰ ਦਿਖ ਜੂਗਾ। ਨਿਗਾਹ ਮਾਰੋ ਮਾੜੀ ਜੀ। ਤੇ ਹੁਣ ਜੇ ਸੱਚੀ ਗੱਲ ਹੋਵੇ ਤਾਂ ਨਿਗਾਹ ਮਾਰੇ, ਜਦੋਂ ਕੰਮ ਹੀ ਸਾਰਾ ਝੂਠ ਤੇ ਖੜਾ ਗਾ,
ਕੰਮ ਹੀ ਝੂਠ ਤੇ ਖੜਾ ਨਾ। ਤੇ ਕਲਯੁਗੀ ਪਾਂਡੇ ਨੇ ਹੁਣ ਦੇਖ ਲਿਆ ਵੀ ਜੇ ਇਹਦੇ ਨਾਲ ਵਿਚਾਰ ਕਰਾਂਗੇ ਨਾ ਤੇ ਮੈਨੂੰ ਐਂ ਲੱਗਦਾ ਵੀ ਆਪਾਂ ਫਸ ਹੀ ਜਾਵਾਂਗੇ। ਤੇ ਬਾਬੇ ਨਾਨਕ ਦੇ ਪੈਰ ਫੜ ਲਏ, ਬਾਬੇ ਨਾਨਕ ਦੇ ਪੈਰ ਫੜ ਲਏ। ਤੇ ਜਦੋਂ ਪੈਰ ਫੜ ਲਏ ਨਾ ਤੇ ਹੁਣ ਬਾਬੇ ਨਾਨਕ ਨੇ ਇਹਨੂੰ ਨਹੀਂ ਕੁਛ ਕਿਹਾ, ਹੁਣ ਲੋਕਾਂ ਬੰਨੀ ਹੱਥ ਕੀਤਾ। ਉਹ ਕਹਿੰਦਾ ਭਲਿਓ ਲੋਕੋ, ਆਹ ਦੇਖੋ ਜਿਹਨੂੰ ਤੁਸੀਂ ਵੱਡਾ ਮੰਨੀ ਬੈਠੇ ਸੀ ਨਾ, ਬਾਬੇ ਨਾਨਕ ਦੇ ਪੈਰਾਂ 'ਚ ਬੈਠਾ ਹੈਗਾ। ਅੱਛਾ, ਬਾਬੇ ਨਾਨਕ ਦਾ ਮਤਲਬ ਪੈਰਾਂ 'ਚ ਬਹਾਉਣਾ ਨਹੀਂ, ਬਾਬੇ ਨਾਨਕ ਦਾ ਮਤਲਬ ਪਾਜ ਉਘੇੜਨਾ, ਪਾਜ ਉਘੇੜਨਾ। ਜਦੋਂ ਪਤਾ ਲੱਗ ਗਿਆ ਨਾ ਵੀ ਇਹ ਤੁਹਾਨੂੰ ਰੋਜ਼ ਲੁੱਟਦਾ, ਤੇ ਲੋਕ ਤਾਂ ਹੁਣ ਕੁੱਟਣ ਦੇ ਲਈ ਤਿਆਰ ਹੋ ਗਏ ਕਲਯੁਗੀ ਪਾਂਡੇ ਨੂੰ, ਵੀ ਢਾਲੋ ਫੜ ਕੇ। ਇਹੀ ਕੰਮ ਹੁੰਦਾ ਨਾ ਵੀ ਹੁਣ ਨਾ ਛੱਡੋ ਇਹਨੂੰ, ਵੀ ਆਪਾਂ ਨੂੰ ਗੁੰਮਰਾਹ ਕਰਦਾ, ਲੁੱਟਦਾ ਗਾ। ਜਦੋਂ ਪਤਾ ਲੱਗ ਗਿਆ, ਜਦੋਂ ਪਤਾ ਲੱਗ ਗਿਆ ਨਾ ਲੋਕ ਤਿਆਰ ਹੋ ਗਏ, ਫਿਰ ਬਾਬੇ ਨਾਨਕ ਨੇ ਲੋਕਾਂ ਨੂੰ ਵੀ ਰੋਕਿਆ ਤੇ ਖੜਾ ਹੋਇਆ, ਕਹਿੰਦਾ ਮੰਗ ਮਾਫੀ। ਸਾਰੇ ਲੋਕਾਂ ਤੋਂ ਨਾ ਬਾਬੇ ਨਾਨਕ ਨੇ ਮਾਫੀ ਮੰਗਵਾਈ, ਮਾਫੀ ਮੰਗਵਾਈ। ਅੱਜ ਤੋਂ ਬਾਅਦ ਇਹ ਕਰਮ ਨਹੀਂ ਕਰਨਾ। ਉਹੀ ਕਲਯੁਗੀ ਪਾਂਡਾ ਫਿਰ ਬਾਅਦ ਵਿੱਚ ਨਾ ਬਾਬੇ ਨਾਨਕ ਦੀ ਬਾਣੀ ਦਾ ਪ੍ਰਚਾਰ ਕਰਨ ਲੱਗ ਗਿਆ ਸੀਗਾ। ਜਾਣੀ ਕਿ ਕਹਿਣ ਤੋਂ ਭਾਵ ਬਾਬੇ ਨੇ ਇੱਕ ਪ੍ਰਚਾਰਕ ਖੜਾ ਕਰਤਾ ਸੀਗਾ ਜਗਨਨਾਥਪੁਰੀ ਦੇ ਵਿੱਚ। ਇੱਥੇ ਰਹਿ ਕੇ ਇੱਥੋਂ ਦੇ ਲੋਕਾਂ ਨੂੰ ਸਿਆਣੀਆਂ ਸਿਆਣੀਆਂ ਗੱਲਾਂ ਦੱਸਿਆ ਕਰ, ਇਹ ਤੇਰਾ ਅਸਲੀ ਕਰਮ ਆ। ਤੇ ਸ਼ਬਦ ਕੀ ਉਚਾਰਨ ਕੀਤਾ ਗਾ ਧਨਾਸਰੀ ਰਾਗ ਦੇ ਵਿੱਚ, ਅੱਖੀਂ ਤਾਂ ਮਿਟੈ ਨਾਕ ਪਕੜੈ ਠੱਗਣ ਕੋ ਸੰਸਾਰ। ਇਹ ਲੋਕ ਭਾਈ ਸੰਸਾਰ ਨੂੰ ਠੱਗਣ ਦੇ ਲਈ ਸਾਰੇ ਟਕਵੰਜ ਕਰਦੇ ਨੇ। ਕੋਈ ਇਹਨਾਂ ਦੇ ਵਿੱਚ ਰੱਬ ਨਹੀਂ, ਕੋਈ ਜਗਨਨਾਥਪੁਰੀ ਕਿਸੇ ਚੀਜ਼ ਦੀ ਸੂਝ ਨਹੀਂ ਹੈ। ਤੁਹਾਨੂੰ ਲੁੱਟ ਰਹੇ ਨੇ, ਇਹਨਾਂ ਦੀ ਲੁੱਟ ਤੋਂ ਬਚੋ। ਅੱਗੇ ਗੁਰੂ ਪਾਤਸ਼ਾਹ ਕਿਹੜੇ ਪਾਸੇ ਜਾਂਦੇ ਨੇ, ਇੱਥੋਂ ਜਗਨਨਾਥਪੁਰੀ ਦੇ ਵਿੱਚ ਕਿੰਨੇ ਲੋਕਾਂ ਦਾ ਉਧਾਰ ਕਰਕੇ ਉਹ ਆਉਣ ਵਾਲਾ ਕੱਲ੍ਹ ਦੱਸੇਗਾ। ਸਭ ਦਾ ਧੰਨਵਾਦ, ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ ਸਤਿਗੁਰ ਪ੍ਰਸਾਦਿ।